कुंवर विजय प्रताप सिंह होना जी 900 पेज की रिपोर्ट दी तो उस तो बाद उस रिपोर्ट से किवें पर्दा पै गया। लेडी दे नाल ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਵਿੱਚ ਰੇਪ ਹੋਇਆ ਹੈ। ਜੇਲ੍ਹ ਦੇ ਵਿੱਚ ਕੋਈ ਬੰਦ ਹੈ ਲੇਡੀ, ਉਸ ਦੇ ਨਾਲ ਕੋਈ ਵੀ ਸੰਬੰਧ ਬਣਾਉਂਦਾ ਹੈ ਤਾਂ ਉੱਥੇ ਕੰਸੈਂਟ ਦਾ ਕੋਈ ਮਤਲਬ ਨਹੀਂ ਹੁੰਦਾ। ਜਿਹੜਾ ਰੇਪ ਵਾਲਾ ਪਾਰਟ ਹੈ ਉਹ ਅੰਮ੍ਰਿਤਸਰ ਸੈਂਟਰਲ ਜੇਲ੍ਹ ਦਾ ਹੈ। ਇਸ ਲੇਡੀ ਨੂੰ ਜੀਰਕਪੁਰ ਥਾਣੇ 'ਚ ਇਲੈਕਟ੍ਰਿਕ ਸ਼ਾਟ ਵੀ ਦਿੱਤੇ ਗਏ। ਇੱਕ ਉੱਥੇ ਸਮਰਪਾਲ ਸਿੰਘ ਸੀ, ਪੁਲਿਸ ਕਸਟਡੀ ਦੇ ਵਿੱਚ ਵੀ ਉਸ ਦੇ ਨਾਲ ਰੇਪ ਕੀਤਾ ਗਿਆ ਜੀ। ਇਹ ਬਹੁਤ ਦਰਦਨਾਕ ਕਹਾਣੀ ਹੈ ਜੀ, ਬਹੁਤ ਦਰਦਨਾਕ ਕਹਾਣੀ। ਇਹ ਸਰਾਸਰ ਝੂਠਾ ਮੁਕੱਦਮਾ ਸੀ। ਪੂਨਮ ਰਾਜਨ ਦਾ ਲਵਲੀਸ ਗਰਗ ਦੇ ਨਾਲ ਕੋਈ ਲਿੰਕ ਨਹੀਂ। ਜਦੋਂ ਇਹ ਸੁਪਰਿੰਟੈਂਡੈਂਟ ਜੇਲ੍ਹ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਸੀਗੀ, ਉਦੋਂ ਮਤਲਬ ਸ਼ਾਦੀ ਵਿਆਹ ਵਾਲਾ ਰਿਸ਼ਤਾ ਇਹਨਾਂ ਦਾ ਮੰਨ ਲਓ ਹੋ ਗਿਆ। ਨਜਾਇਜ਼ ਕੇਸ ਪਵਾ ਕੇ ਉਹਨੂੰ ਫਿਰ ਅੰਦਰ ਕਰਵਾ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ। ਕੇਸ ਸਾਡੇ ਕੋਲ ਆਇਆ, ਤੁਰੰਤ ਹੀ ਉਸ ਦੇ ਵਿੱਚ ਸਜ਼ਾ ਵੀ ਹੋ ਗਈ। ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ਼ਰ ਸਾਡੇ ਤੇ ਪਾਉਣ ਦੀ ਕੋਸ਼ਿਸ਼ ਕੀਤੀ। ਆਸ਼ੂਸ਼ ਕਪੂਰ ਨੇ ਕਾਫੀ ਰਸੂਖ ਵਾਲਾ ਬੰਦਾ ਹੈ। ਫਿਰ ਇਹਨੇ ਇੱਕ ਚਿੱਠੀ ਪਵਾਈ ਸਾਡੇ ਖਿਲਾਫ, ਕਿਉਂਕਿ ਮਸਲਾ ਬਹੁਤ ਹੀ ਸੰਗੀਨ ਸੀਗਾ। ਪਟਿਆਲਾ ਜੇਲ੍ਹ ਦੇ ਸੁਪਰਿੰਟੈਂਡੈਂਟ ਅਤੇ ਗੋਰੂ ਬੱਚਾ ਗੈਂਗਸਟਰ, ਇਹਨਾਂ ਦਾ ਆਪਸ ਦੇ ਵਿੱਚ ਲਿੰਕ ਇੱਕ ਤਰੀਕੇ ਦੇ ਨਾਲ ਪਟਿਆਲਾ ਜੇਲ੍ਹ ਗੋਰੂ ਬੱਚਾ ਗੈਂਗਸਟਰ ਦੇ ਅੰਡਰ ਕਰ ਦਿੱਤਾ ਗਿਆ ਸੀ ਜੇਲ੍ਹ ਸੁਪਰਿੰਟੈਂਡੈਂਟ ਵੱਲੋਂ। ਉਹ ਤਫਤੀਸ਼ ਮੈਨੂੰ ਦੇ ਦਿੱਤੀ ਗਈ ਕਿ ਤੁਸੀਂ ਜੋ ਇਨਵੈਸਟੀਗੇਸ਼ਨ ਕਰ ਰਹੇ ਹੋ ਪਟਿਆਲੇ ਜੇਲ੍ਹ ਦੀ, ਕਿਉਂਕਿ ਇਹ ਲੇਡੀ ਪੂਰੇ ਪਰਿਵਾਰ ਸਮੇਤ, ਆਪਣੀ ਮਦਰ, ਆਪਣੇ ਬ੍ਰਦਰ ਸਮੇਤ ਪਟਿਆਲਾ ਜੇਲ੍ਹ ਦੇ ਵਿੱਚ। ਜਿਸ ਤਰ੍ਹਾਂ ਫਿਲਮ ਹੁੰਦਾ ਹੈ ਨਾ ਬਾਲੀਵੁੱਡ ਦਾ ਫਿਲਮ, ਉਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਸਮਾਂ ਦੇ ਵਿੱਚ ਕੋਈ ਫਿਲਮ ਬਣਾ ਵੀ ਲਵੇਗੀ। ਬਿਊਰੋ ਆਫ ਇਨਵੈਸਟੀਗੇਸ਼ਨ ਜਿਸ ਦੇ ਇੰਚਾਰਜ ਸੀਗੇ ਪ੍ਰਬੋਧ ਕੁਮਾਰ, ਉਹਨਾਂ ਹੀ ਵੱਲੋਂ ਚਿੱਠੀ ਆਈ ਸੀ। ਮੈਂ ਕਲੈਰੀਫਿਕੇਸ਼ਨ ਲੈ ਲਿਆ। ਆਸ਼ੀਸ਼ ਕਪੂਰ ਨੇ ਕਈ ਅਫਸਰਾਂ ਦੇ ਰਾਹੀਂ ਤੇ ਕਈ ਸਿਆਸਤਦਾਨਾਂ ਦੇ ਰਾਹੀਂ ਇਹਨੇ ਪ੍ਰੈਸ਼ਰ ਪਵਾ ਕੇ ਇਨਵੈਸਟੀਗੇਸ਼ਨ ਨੂੰ ਖਤਮ ਕਰਾਉਣ ਵਾਸਤੇ। ਕੈਪਟਨ ਅਮਰਿੰਦਰ ਸਿੰਘ ਨੂੰ, ਡੀਜੀਪੀ ਸ਼੍ਰੇਸ਼ ਅਰੋੜਾ, ਸਾਰਿਆਂ ਨੂੰ ਪਤਾ ਸੀ। ਜਸਕੀਰਤ ਸਿੰਘ ਨੂੰ ਡਰਾਇਆ ਧਮਕਾਇਆ ਵੀ ਗਿਆ ਸੀ। ਇਹਦੇ ਵੱਲੋਂ ਜੀ ਸ਼ਰਦ ਸਤਿ ਚੌਹਾਨ ਜੀ ਬਾਰ-ਬਾਰ ਬੁਲਾਉਂਦੇ ਸੀ। ਜਦੋਂ ਉਹ ਕੇਸ ਖੁੱਲਦਾ ਹੈ ਨਾ ਜੀ, ਤਾਂ ਉਹ ਸੂਦ ਵਿਆਜ ਲੈ ਕੇ ਫਿਰ ਆਗੇ ਚੱਲਦਾ ਹੈ। ਚੌਹਾਨ ਸਾਹਿਬ ਇੱਕ ਸੁਲਝੇ ਹੋਏ ਅਫਸਰ ਨੇ, ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ, ਲੇਕਿਨ ਇਹਨਾਂ ਨੇ ਕੇਸ ਕੈਂਸਲ ਕਰ ਦਿੱਤਾ। ਆਸ਼ੀਸ਼ ਕਪੂਰ ਵਾਕਈ ਬਹੁਤ ਪਹੁੰਚ ਵਾਲਾ ਸੀ। ਉਹਦੇ ਵਿੱਚ ਮਾਫੀਆ ਵੀ ਆ ਜਾਂਦਾ ਹੈ, ਅਫਸਰ ਵੀ ਆ ਜਾਂਦੇ ਨੇ, ਪੋਲੀਟੀਸ਼ੀਅਨ ਵੀ ਆ ਜਾਂਦੇ। ਜਿਹਨਾਂ ਹਾਲਾਤਾਂ ਦੇ ਵਿੱਚ ਪ੍ਰਬੋਧ ਕੁਮਾਰ ਜੀ ਨੇ ਚਿੱਠੀ ਲਿਖੀ ਸੀ ਤੇ ਬਾਰ-ਬਾਰ ਮੈਨੂੰ ਰਿਮਾਈਂਡਰ ਵੀ ਲਿਖਦੇ ਸੀ। ਇਹਦੇ ਵਿੱਚ ਸੀਐਮ ਦਫ਼ਤਰ ਵੀ, ਇਹਦੇ ਵਿੱਚ ਵਿਜੀਲੈਂਸ ਬਿਊਰੋ ਵੀ, ਇਹਦੇ ਵਿੱਚ ਪੁਲਿਸ ਹੈੱਡਕੁਆਰਟਰ, ਇਹ ਸਾਰਿਆਂ ਨੇ ਮਿਲ ਕੇ ਇੱਕ ਪੂਨਮ ਰਾਜਨ ਨੂੰ ਕਿ ਇਨਸਾਫ ਉਹਨਾਂ ਨੂੰ ਨਾ ਮਿਲੇ ਤੇ ਇੱਕ ਆਸ਼ੀਸ਼ ਕਪੂਰ ਨੂੰ ਬਚਾ ਲਿਆ ਜਾਵੇ। ਇਹਦੇ ਵਿੱਚ ਕਈ ਐਸੇ ਲੋਕ ਆਉਣਗੇ। ਗੁੜਗਾਉਂ ਦੇ ਵਿੱਚ 3 ਮੰਜ਼ਲਾ ਫਲੈਟ ਆ, ਉਹ ਪੂਨਮ ਰਾਜਨ ਦਾ ਕਿ ਆਸ਼ੀਸ਼ ਕਪੂਰ ਦਾ ਸੀ? ਜਦੋਂ ਇਹਨਾਂ ਦਾ ਚੰਗਾ ਸੰਬੰਧ ਸੀਗਾ, ਜਦੋਂ ਉਹ ਜੇਲ੍ਹ ਦੇ ਵਿੱਚ ਸੀਗੀ ਔਰ ਇਹ ਜੇਲ੍ਹ ਸੁਪਰਿੰਟੈਂਡੈਂਟ ਸੀਗੇ, ਇਹਨਾਂ ਨੇ ਇਹ ਕਿਹਾ ਸੀ ਕਿ ਗੁੜਗਾਉਂ ਦੇ ਵਿੱਚ ਤੁਹਾਡੇ ਵਾਸਤੇ ਮੈਂ ਇੱਕ ਫਲੈਟ ਲੈ ਕੇ ਦੇ ਦਿੰਦਾ, ਸਾਡੀ ਸ਼ਾਦੀ ਵੀ ਮਤਲਬ ਆਪਸ ਦੇ ਵਿੱਚ ਹੋ ਜਾਏਗੀ, ਤੁਸੀਂ ਗੁੜਗਾਉਂ ਦੇ ਵਿੱਚ ਰਹਿਣਾ। ਫਿਰ ਡਾਕਟਰ ਐਸ.ਐਸ. ਚੌਹਾਨ ਦੀ ਰਿਪੋਰਟ ਕਿਵੇਂ ਕਲੀਨ ਚਿੱਟ ਦੀ ਦਿਓ, ਕਿਵੇਂ ਕੈਂਸਲੇਸ਼ਨ ਜਾ ਸਕਦੇ ਹੈਗੇ ਜੀ? ਦੇਖੋ ਇਹ ਤਾਂ ਚੌਹਾਨ ਸਾਹਿਬ ਦੱਸਣਗੇ ਨਾ ਜੀ। ਜਦੋਂ ਪੁਲਿਸ ਕੰਪਲੇਂਟ ਅਥਾਰਟੀ ਦੇ ਕੋਲ ਮਾਮਲਾ ਚਲਾ ਗਿਆ ਤਾਂ ਸਭ ਤੋਂ ਪਹਿਲਾਂ ਪ੍ਰਬੋਧ ਕੁਮਾਰ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ। ਕੇਸ ਨੂੰ ਆਗੇ ਲੈ ਕੇ ਜਾਣਾ ਹੈ ਤਾਂ ਪ੍ਰਬੋਧ ਕੁਮਾਰ ਨੂੰ ਬੁਲਾਓ, ਤਲਬ ਕਰੋ ਪ੍ਰਬੋਧ ਕੁਮਾਰ। ਇਹ ਕੇਸ ਵੀ ਹਮੇਸ਼ਾ ਪੰਜਾਬ ਪੁਲਿਸ ਦੇ ਵਿੱਚ ਇੱਕ ਕਲੰਕ ਦੇ ਰੂਪ ਦੇ ਵਿੱਚ ਰਹੇਗਾ। ਔਰ ਮੈਂ ਵੀ ਇਹਦੇ ਵਿੱਚ ਮੈਂ ਚਿੱਠੀ ਲਿਖਾਂਗਾ ਪੁਲਿਸ ਤੇ, ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ? ਸਭ ਤੋਂ ਜ਼ਿਆਦਾ ਸਖਤ ਕਾਰਵਾਈ ਪ੍ਰਬੋਧ ਕੁਮਾਰ ਦੇ ਖਿਲਾਫ ਹੋਣੀ ਚਾਹੀਦੀ। ਆਸ਼ੀਸ਼ ਕਪੂਰ ਮੰਨਦਾ ਆਪਣਾ ਗੁਨਾਹ ਜੀ? ਅਸੀਂ ਚੋਰੀ ਕੀਤੀ ਹੈ ਤਾਂ ਉਹ ਬੰਦਾ ਇਹ ਕਹੇਗਾ ਕਿ ਨਹੀਂ। ਮੈਂ ਇਹ ਵੀ ਕਿਹਾ ਸੀ ਕਿ ਇਹ ਕੇਸ ਦੁਬਾਰਾ ਖੁੱਲਣਾ ਹੈ, ਇੱਕ ਨਾ ਇੱਕ ਦਿਨ ਖੁੱਲਣਾ ਹੈ। ਔਰ ਜਦੋਂ ਕੇਸ ਖੁੱਲ ਜਾਏਗਾ ਤਾਂ ਬਹੁਤ ਸਾਰੇ ਲੋਕ ਆਈਨੇ ਦੇ ਵਿੱਚ ਆਪਣੀ ਤਸਵੀਰ ਵੀ ਨਹੀਂ ਦੇਖ ਪਾਉਣਗੇ, ਆਪਣਾ ਚਿਹਰਾ ਵੀ ਜੇਕਰ ਦੇਖਣਗੇ ਤਾਂ ਸ਼ਰਮ ਕਰਨਗੇ। ਔਰ ਉਹ ਦੇਖੋ ਅੱਜ ਹੋ ਰਿਹਾ ਹੈ ਕਿ ਜਦੋਂ ਇਨਸਾਫ ਮਿਲ ਗਿਆ ਤਾਂ ਪੰਜਾਬ ਦੀ ਜਨਤਾ ਇਸ ਕੇਸ ਨੂੰ 100 ਸਾਲ ਤੱਕ ਯਾਦ ਰੱਖੇ, ਔਰ ਜੇਕਰ ਨਹੀਂ ਮਿਲਦਾ ਹੈ ਤਾਂ 400 ਸਾਲ ਤੱਕ ਯਾਦ ਰੱਖੂਗੀ। ਜਿਸ ਮਸਲੇ ਦੇ ਵਿੱਚ AIG ਆਸ਼ੀਸ਼ ਕਪੂਰ ਜੇਲ੍ਹ ਦੇ ਵਿੱਚ ਨੇ, ਉਹ ਪੂਰਾ ਜਿਹੜਾ ਮਸਲੇ ਦੀ ਜਿਹੜੀ ਪੜਤਾਲ ਨੇ ਉਹ ਫਾਰਮਰ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਕੀਤੀ, ਜਿਹੜੇ ਇਸ ਸਮੇਂ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਨੇ। ਔਰ ਜਿੱਥੋਂ ਤੱਕ ਮਸਲਾ ਕਿ ਇੱਕ ਐਕਸਟੋਰਸ਼ਨ ਦਾ ਮਸਲਾ ਸੀ, ਇੱਕ ਰੇਪ ਦਾ ਮਸਲਾ ਸੀ, ਉਹਨਾਂ ਦੇ ਖਿਲਾਫ ਪਰਚਾ ਦਰਜ ਹੁੰਦਾ। ਉਸ ਤੋਂ ਬਾਅਦ ਪੰਜਾਬ ਪੁਲਿਸ ਕੰਪਲੇਨ ਅਥਾਰਟੀ ਦੇ ਚੇਅਰਮੈਨ ਸਤੀਸ਼ ਚੰਦਰਾ ਹੋਣਾ ਵੀ ਜਿਹੜੀ ਨਵੀਂ SIT ਬਣਾਈ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਰਿਪੋਰਟ ਲੈ ਕੇ, ਜਿਹਦੇ 'ਚ ਡਾਕਟਰ SS ਚੌਹਾਨ ਤੇ ਵਿਭੂ ਰਾਜ ਸਨ, ਉਹਨਾਂ ਦੀ ਵੀ ਸਮਨਿੰਗ ਹੋ ਚੁੱਕੀ। ਲੇਕਿਨ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਜਿਹੜੀ 900 ਪੇਜ ਦੀ ਰਿਪੋਰਟ ਦਿੱਤੀ ਤੇ ਉਸ ਤੋਂ ਬਾਅਦ ਉਸ ਰਿਪੋਰਟ ਤੇ ਕਿਵੇਂ ਪਰਦਾ ਪੈ ਗਿਆ, ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਸਮੇਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ।
ਸਰ ਇਹ ਰਿਪੋਰਟ ਸੀ ਪੂਰਾ ਮਸਲਾ ਤੁਹਾਨੂੰ ਲੱਗਦਾ ਹੈ ਕਿ ਹੁਣ ਪੁਲਿਸ ਕੰਪਲੇਂਟ ਅਥਾਰਟੀ ਵੀ ਆ ਗਈ, ਇਹ ਕਿਸ ਦਿਸ਼ਾ 'ਚ ਜਾਏਗਾ ਜੀ? ਦੇਖੋ, ਮੈਂ ਪਿਛਲੇ ਸਾਲ ਨੌਕਰੀ ਛੱਡ ਦਿੱਤੀ ਸੀ ਜੀ ਉਸ ਤੋਂ ਬਾਅਦ ਇਸ ਕੇਸ ਨੂੰ ਮੈਂ ਕੋਈ ਮਤਲਬ ਪਰਸੂ ਨਹੀਂ ਕੀਤਾ, ਲੇਕਿਨ ਹੁਣ ਅਖਬਾਰਾਂ ਦੇ ਵਿੱਚ ਕਾਫੀ ਜ਼ਿਆਦਾ ਆ ਰਿਹਾ ਹੈ, ਕਈ ਥਾਵਾਂ ਤੇ ਮੇਰਾ ਨਾਮ ਵੀ ਆਉਂਦਾ ਹੈ ਕਿਉਂਕਿ ਤਫਤੀਸ਼ ਸਾਰੀ ਮਤਲਬ ਮੇਰੇ ਵੱਲੋਂ ਕੀਤੀ ਗਈ ਸੀ। ਮੈਂ ਇੱਕ ਟੀਮ ਬਣਾਈ ਸੀ, ਜਸਕੀਰਤ ਸਿੰਘ ਮੇਰੇ ਇੱਕ ਐਸਪੀ ਨੇ, ਉਹਨਾਂ ਨੇ ਕਾਫੀ ਡੂੰਘਾਈ ਦੇ ਵਿੱਚ ਇਸ ਦੀ ਤਫਤੀਸ਼ ਕੀਤੀ ਸੀ ਔਰ ਉਹਦਾ ਸਾਰਾ ਸੁਪਰਵਿਜ਼ਨ ਉਹ ਮੇਰੀ ਨਿਗਰਾਨੀ ਦੇ ਵਿੱਚ ਸਾਰਾ ਇਨਵੈਸਟੀਗੇਸ਼ਨ ਹੋਇਆ। ਦੇਖੋ ਹੁੰਦਾ ਕੀ ਹੈ ਕਿ ਇੱਕ ਤਾਂ ਹੈ ਕਿ ਜੁਰਮ ਹੋ ਗਿਆ, ਦੂਸਰਾ ਹੈ ਕਿ ਇਨਸਾਫ ਤੋਂ ਤੁਸੀਂ ਕਿਸੇ ਨੂੰ ਲਾਂਭੇ ਕਰ ਰਹੇ ਹੋ। ਤੇ ਇੱਕ ਤਾਂ ਉਸ ਲੇਡੀ ਦੇ ਨਾਲ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਵਿੱਚ ਰੇਪ ਹੋਇਆ ਹੈ ਜੀ। ਇਹ ਆਈਪੀਸੀ ਦੇ ਵਿੱਚ ਕਲੀਅਰ ਕੱਟ ਹੈ ਕਿ ਕੋਈ ਜੇਲ੍ਹ ਸੁਪਰਿਟੈਂਡੈਂਟ ਜਾਂ ਜੇਲ੍ਹ ਦਾ ਇੰਚਾਰਜ ਰਹਿੰਦੇ ਹੋਏ ਜੇਲ੍ਹ ਦੇ ਵਿੱਚ ਕੋਈ ਬੰਦ ਹੈ ਲੇਡੀ, ਉਸ ਦੇ ਨਾਲ ਕੋਈ ਵੀ ਸੰਬੰਧ ਬਣਾਉਂਦਾ ਹੈ ਤਾਂ ਉੱਥੇ ਕੰਸੈਂਟ ਦਾ ਕੋਈ ਮਤਲਬ ਨਹੀਂ ਹੁੰਦਾ ਔਰ ਉੱਥੇ ਸਜ਼ਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੇ ਜਿਹੜਾ ਰੇਪ ਵਾਲਾ ਪਾਰਟ ਹੈ ਉਹ ਅੰਮ੍ਰਿਤਸਰ ਸੈਂਟਰਲ ਜੇਲ੍ਹ ਦਾ ਹੈ, 2016-17 ਦਾ ਹੈ। ਉਸ ਤੋਂ ਬਾਅਦ ਜੋ ਸਭ ਤੋਂ ਮਤਲਬ ਉਹਦੇ ਵਿੱਚ ਕਹੋਗੇ ਨਾ ਤੁਸੀਂ ਗਲਤ ਕੰਮ ਜਿਹੜਾ ਹੋਇਆ, ਜਾਂ 151 ਨੰਬਰ FIR ਜ਼ੀਰਕਪੁਰ ਦੇ ਵਿੱਚ ਦਰਜ ਕਰਾਇਆ ਗਿਆ, ਇਹ ਸਰਾਸਰ ਝੂਠਾ ਮੁਕੱਦਮਾ ਸੀ। ਮੁਕੱਦਮਾ ਲੌਲੀਸ਼ ਗਰਗ ਵੱਲੋਂ ਦਰਜ ਕਰਾਇਆ ਗਿਆ ਸੀ। ਉਹ ਇਹਦਾ ਆਸ਼ੀਸ਼ ਕਪੂਰ ਦਾ ਦੋਸਤ ਹੁੰਦਾ ਸੀਗਾ। ਲੌਲੀਸ਼ ਗਰਗ ਦਾ ਉਹ ਜੋ ਪੂਨਮ ਰਾਜਨ ਹੈ ਉਹਦੇ ਨਾਲ ਕੋਈ ਲਿੰਕ ਹੀ ਨਹੀਂ ਹੈ, ਨਾ ਕੋਈ ਮੇਲ ਮਿਲਾਪ ਹੈ। FIR ਦੇ ਵਿੱਚ ਲੌਲੀਸ਼ ਗਰਗ ਕਹਿ ਰਿਹਾ ਹੈ ਕਿ ਮੈਨੂੰ ਵਿਦੇਸ਼ ਭੇਜਣ ਵਾਸਤੇ ਇਹਨੇ ਪੈਸਾ ਲੈ ਲਿਆ ਔਰ ਪੈਸਾ ਲੈ ਕੇ ਇਹਨੇ ਭੇਜਿਆ ਨਹੀਂ ਔਰ ਧੋਖਾਧੜੀ ਕੀਤੀ। ਤੇ ਤੁਸੀਂ ਦੇਖੋਗੇ ਪੂਨਮ ਰਾਜਨ ਦਾ ਲੌਲੀਸ਼ ਗਰਗ ਦੇ ਨਾਲ ਕੋਈ ਲਿੰਕ ਨਹੀਂ, ਫਿਰ ਵੀ ਲੌਲੀਸ਼ ਗਰਗ ਨੇ FIR ਦਰਜ ਕਰਵਾਇਆ। ਬੇਸਿਕਲੀ ਇਹ ਸਾਰਾ ਮੈਨੂਪੂਲੇਸ਼ਨ ਆਸ਼ੀਸ਼ ਕਪੂਰ ਨੇ ਕਰਵਾਇਆ ਸੀ ਉਦੋਂ ਜਦੋਂ ਇਹਦੇ ਸੰਬੰਧ ਖਰਾਬ ਹੋ ਗਏ ਸੀ ਪੂਨਮ ਰਾਜਨ ਦੇ ਨਾਲ। ਪਹਿਲਾਂ ਜਦੋਂ ਇਹ ਸੁਪਰਿਟੈਂਡੈਂਟ ਜੇਲ੍ਹ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਸੀਗੀ, ਉਦੋਂ ਮਤਲਬ ਸ਼ਾਦੀ ਵਿਆਹ ਵਾਲਾ ਰਿਸ਼ਤਾ ਇਹਨਾਂ ਦਾ ਮੰਨ ਲਓ ਹੋ ਗਿਆ, ਲੇਕਿਨ ਬਾਅਦ ਦੇ ਵਿੱਚ ਜਦੋਂ ਰਿਸ਼ਤਾ ਖਰਾਬ ਹੋ ਗਿਆ ਤਾਂ ਆਸ਼ੀਸ਼ ਕਪੂਰ ਨੇ ਇੱਕ ਜਾਲੀ ਕੇਸ ਤੁਸੀਂ ਕਹੋ, ਬਿਲਕੁਲ ਮਤਲਬ ਫਰਾਡ ਕਰਕੇ ਇੱਕ ਕੇਸ, ਨਜਾਇਜ਼ ਕੇਸ ਪਵਾ ਕੇ ਉਹਨੂੰ ਫਿਰ ਅੰਦਰ ਕਰਵਾ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ। ਉਹ ਜਿਹੜਾ ਮੁਕੱਦਮਾ ਦਰਜ ਹੋਇਆ, ਸਭ ਤੋਂ ਹੈਰਾਨੀ ਵਾਲੀ ਗੱਲ ਕਿ ਜਦੋਂ ਕੇਸ ਸਾਡੇ ਕੋਲ ਆਇਆ ਤੁਰੰਤ ਹੀ ਉਸ ਦੇ ਵਿੱਚ ਸਜ਼ਾ ਵੀ ਹੋ ਗਈ। ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਤੁਰੰਤ ਹੀ ਸਜ਼ਾ ਹੋ ਗਈ। ਉਹਦੇ ਵਿੱਚ ਕੋਈ ਐਵੀਡੈਂਸ ਨਹੀਂ ਹੈ, ਮੈਂ ਕਲੀਅਰ ਕਰ ਦਿੰਦਾ। ਕੋਰਟ ਨੇ ਏਡੀ ਛੇਤੀ ਸਜ਼ਾ ਦੇ ਦਿੱਤੀ ਜੀ? ਦੇਖੋ, ਮੈਂ ਕੋਰਟ ਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਹਾਂ, ਲੇਕਿਨ ਤੁਸੀਂ ਦੇਖੋਗੇ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਇੰਗਲਿਸ਼ ਜੂਰਿਸਪ੍ਰੂਡੈਂਸ ਤੇ ਆਧਾਰਿਤ ਹੈ। ਅੰਗਰੇਜ਼ 300 ਸਾਲ ਇੱਥੇ ਰਾਜ ਕਰਕੇ ਗਏ ਨੇ ਜੀ। ਤੇ ਜਦੋਂ ਸਿਸਟਮ ਤੁਸੀਂ ਅੰਗਰੇਜ਼ਾਂ ਦਾ ਚਲਾਓਗੇ ਤਾਂ ਅੰਗਰੇਜ਼ਾਂ ਨੇ ਸਿਸਟਮ ਬਣਾਏ ਸੀ ਇੰਡੀਆ ਦੇ ਉੱਤੇ ਬ੍ਰਿਟਿਸ਼ ਪ੍ਰਭੂਸੱਤਾ ਨੂੰ ਮਜ਼ਬੂਤ ਬਣਾਉਣ ਵਾਸਤੇ, ਉਹੀ ਅਸੀਂ ਕੈਰੀ ਔਨ ਕਰੀ ਜਾ ਰਹੇ ਹਾਂ। ਇਸ ਕਰਕੇ ਤੁਸੀਂ ਦੇਖੋਗੇ ਇਨਸਾਫ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਜੀ। ਜਦੋਂ ਕੇਸ ਸਾਡੇ ਕੋਲ ਆ ਹੀ ਗਿਆ, ਤਫਤੀਸ਼ ਹੋ ਸਕਦੀ ਸੀ, ਤਫਤੀਸ਼ ਤੋਂ ਬਾਅਦ ਜੋ ਹੁੰਦਾ, ਲੇਕਿਨ ਬਹੁਤ ਫੌਰੀ ਤੌਰ ਤੇ ਉਹਦੇ ਵਿੱਚ ਸਜ਼ਾ ਹੋ ਗਈ। ਕਿਸ ਤਰੀਕੇ ਦੇ ਨਾਲ ਹੋਈ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ, ਲੇਕਿਨ ਉਹ ਵੀ ਵਿਦੇਸ਼ ਭੇਜਣ ਦੇ ਨਾਂ ਤੇ ਕਿਸੇ ਨੇ ਪੈਸਾ ਲੈ ਲਿਆ। ਜਦੋਂ ਬੰਦੇ ਦਾ ਕੋਈ ਉਸ ਦੇ ਨਾਲ ਲਿੰਕ ਹੀ ਨਹੀਂ ਹੋਵੇ, ਘੱਟੋ ਘੱਟ ਇਹ ਤਾਂ ਦੇਖੋ ਨਾ, ਤਫਤੀਸ਼ ਦੇ ਵਿੱਚ ਵੀ ਦੇਖਣਾ ਚਾਹੀਦਾ ਹੈ। ਇਨਕੁਆਇਰੀ ਵੀ ਹੋਈ, SSP ਨੇ ਇਨਕੁਆਇਰੀ ਮਾਰ ਕੀਤੀ, ਉਸ ਇਨਕੁਆਇਰੀ ਦੇ ਆਧਾਰ ਤੇ ਫਿਰ ਪਰਚਾ ਦਰਜ ਹੋ ਰਿਹਾ ਹੈ, 2-4 ਗਵਾਹਾਂ ਦਾ ਬਿਆਨ ਹੋ ਰਿਹਾ ਹੈ, ਬਿਆਨ ਤੋਂ ਬਾਅਦ ਸਜ਼ਾ ਵੀ ਹੋ ਜਾ ਰਹੀ ਹੈ। ਤੇ ਇਹ ਸਾਰਾ ਕੁਝ ਜੋ ਕਰਾਇਆ ਗਿਆ, ਤੁਸੀਂ ਦੇਖੋਗੇ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ਼ਰ ਸਾਡੇ ਤੇ ਪਾਉਣ ਦੀ ਕੋਸ਼ਿਸ਼ ਕੀਤੀ। ਆਸ਼ੀਸ਼ ਕਪੂਰ ਨੇ ਕਾਫੀ ਰਸੂਖ ਵਾਲਾ ਬੰਦਾ ਹੈ, ਤੁਹਾਨੂੰ ਪਤਾ ਹੈ, ਵਿਜੀਲੈਂਸ ਦੇ ਵਿੱਚ ਵੀ ਰਿਹਾ, ਔਰ ਅਸੀਂ ਕਿਸੇ ਵੀ ਮਤਲਬ ਪ੍ਰੈਸ਼ਰ ਹੇਠ ਨਹੀਂ ਆਏ। ਫਿਰ ਇਹਨੇ ਇੱਕ ਚਿੱਠੀ ਪਵਾਈ ਸਾਡੇ ਖਿਲਾਫ, ਤਾਂ ਮੈਂ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਇਨਵੈਸਟੀਗੇਸ਼ਨ ਤੁਹਾਡੇ ਵੱਲੋਂ ਆਈ ਹੈ, ਕਿਉਂਕਿ ਇਹ ਇਨਵੈਸਟੀਗੇਸ਼ਨ ਸਿੱਧਾ ਹੋਮ ਸੈਕਟਰੀ ਸਾਹਿਬ ਵੱਲੋਂ ਮੇਰੇ ਕੋਲ ਆਈ ਸੀ ਜੀ, ਠੀਕ ਹੈ ਨਾ, ਥਰੂ DGP ਪੰਜਾਬ। ਹੋਮ ਸੈਕਟਰੀ ਸਾਹਿਬ ਨੇ ਇੱਕ ਮੀਟਿੰਗ ਕੀਤੀ ਸੀ ਕਿਉਂਕਿ ਮਸਲਾ ਬਹੁਤ ਹੀ ਸੰਗੀਨ ਸੀਗਾ
ਔਰ ਆਲਰੇਡੀ ਅਸੀਂ ਪਟਿਆਲਾ ਜੇਲ੍ਹ ਦੀ ਇੱਕ ਇਨਵੈਸਟੀਗੇਸ਼ਨ ਕਰ ਰਹੇ ਸੀਗੇ, ਜਿਸ ਦੇ ਵਿੱਚ ਪਟਿਆਲਾ ਜੇਲ੍ਹ ਦੇ ਸੁਪਰਿਟੈਂਡੈਂਟ ਅਤੇ ਗੋਰੂ ਬੱਚਾ ਗੈਂਗਸਟਰ ਇਹਨਾਂ ਦਾ ਆਪਸ ਦੇ ਵਿੱਚ ਲਿੰਕ, ਔਰ ਇੱਕ ਤਰੀਕੇ ਦੇ ਨਾਲ ਪਟਿਆਲਾ ਜੇਲ੍ਹ ਗੋਰੂ ਬੱਚਾ ਗੈਂਗਸਟਰ ਦੇ ਅੰਡਰ ਕਰ ਦਿੱਤਾ ਗਿਆ ਸੀ ਜੇਲ੍ਹ ਸੁਪਰਿਟੈਂਡੈਂਟ ਵੱਲੋਂ। ਉਸ ਕੇਸ ਦੇ ਵਿੱਚ ਜੇਲ੍ਹ ਸੁਪਰਿਟੈਂਡੈਂਟ ਡਿਸਮਿਸ ਵੀ ਹੋ ਗਏ ਸੀ, ਉਹਨਾਂ ਦੇ ਖਿਲਾਫ ਚਲਾਨ ਵੀ ਹੋਇਆ ਹੈ। ਤਾਂ ਤੁਸੀਂ ਦੇਖੋਗੇ ਜਦੋਂ ਹੋਮ ਸੈਕਟਰੀ ਸਾਹਿਬ ਨੇ ਇਸ ਮਸਲੇ ਨੂੰ ਵੇਖਦੇ ਹੋਏ ਇੱਕ ਮੀਟਿੰਗ ਕੀਤੀ ਪੁਲਿਸ ਡਿਪਾਰਟਮੈਂਟ ਦੇ ਨਾਲ, ਪ੍ਰੋਸੀਕਿਊਸ਼ਨ ਦੇ ਨਾਲ, ਮੈਨੂੰ ਵੀ ਬੁਲਾਇਆ ਗਿਆ ਸੀ ਡੀਜੀਪੀ ਸਾਹਿਬ ਦੇ ਬਿਹਾਫ ਤੇ। ਉਹਦੇ ਵਿੱਚ ਮੌਜੂਦਾ ਡੀਜੀਪੀ ਸਾਹਿਬ ਜੋ ਉਦੋਂ ਏਡੀਜੀਪੀ ਐਡਮਿਨਿਸਟ੍ਰੇਸ਼ਨ ਹੁੰਦੇ ਸਨ ਉਹ ਵੀ ਆਏ ਸੀਗੇ। ਇਹ ਮੀਟਿੰਗ ਮੇਰੇ ਹਿਸਾਬ ਦੇ ਨਾਲ ਸੈਪਟੈਂਬਰ 2019 ਦੇ ਵਿੱਚ ਹੋਈ ਸੀ। ਮੈਨੂੰ ਡੇਟ ਵੀ 19 ਤਰੀਕ ਸੀਗਾ ਜੀ, 19 ਸੈਪਟੈਂਬਰ 2019। ਤੇ ਉਹ ਤਫਤੀਸ਼ ਮੈਨੂੰ ਦੇ ਦਿੱਤੀ ਗਈ ਕਿ ਤੁਸੀਂ ਜੋ ਇਨਵੈਸਟੀਗੇਸ਼ਨ ਕਰ ਰਹੇ ਹੋ ਪਟਿਆਲੇ ਜੇਲ੍ਹ ਦੀ, ਕਿਉਂਕਿ ਇਹ ਲੇਡੀ ਪੂਰੇ ਪਰਿਵਾਰ ਸਮੇਤ, ਆਪਣੀ ਮਦਰ, ਆਪਣੇ ਬ੍ਰਦਰ ਸਮੇਤ ਪਟਿਆਲਾ ਜੇਲ੍ਹ ਦੇ ਵਿੱਚ ਸੀ। ਤੁਹਾਨੂੰ ਮਤਲਬ ਸਮਝਣ ਦੇ ਵਿੱਚ ਕਾਫੀ ਜ਼ਿਆਦਾ ਡਿਫਿਕਲਟੀ ਆਊਗੀ, ਕਿਉਂਕਿ ਇਹ ਇੱਕ ਮੂਵੀ ਦੀ ਤਰ੍ਹਾਂ ਹੈ ਜੀ। ਜਿਸ ਤਰ੍ਹਾਂ ਫਿਲਮ ਹੁੰਦਾ ਹੈ ਨਾ, ਬਾਲੀਵੁੱਡ ਦਾ ਫਿਲਮ, ਉਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਸਮਾਂ ਦੇ ਵਿੱਚ ਕੋਈ ਫਿਲਮ ਬਣਾ ਵੀ ਲਵੇ ਜੀ। ਤਾਂ ਚਲੋ ਅਸੀਂ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਕੀਤੀ। ਜਦੋਂ ਇਨਵੈਸਟੀਗੇਸ਼ਨ ਸਿਰੇ ਤੱਕ ਚਲਾ ਗਿਆ, ਸਾਰਾ ਦੋਸ਼ ਸਾਬਿਤ ਹੋ ਗਿਆ, ਉਸ ਤੋਂ ਬਾਅਦ ਇੱਕ ਦਿਨ ਇੱਕ ਚਿੱਠੀ ਆਈ ਸਾਡੇ ਕੋਲ ਕਿ ਇਹ ਤਫਤੀਸ਼ ਤੁਸੀਂ ਨਹੀਂ ਕਰੋਗੇ। ਔਰ ਸਰਦ ਸੱਤੇ ਚੌਹਾਨ ਉਦੋਂ ਏਡੀਜੀਪੀ ਟ੍ਰੈਫਿਕ ਹੁੰਦੇ ਸਨ, ਉਹਨਾਂ ਨੂੰ ਇਹ ਤਫਤੀਸ਼ ਦੇ ਦਿੱਤੀ ਗਈ। ਉਹਦੇ ਵਿੱਚ ਉਹਨਾਂ ਨੂੰ ਲਿਖਿਆ ਹੋਇਆ ਸੀ ਕਿ ਤੁਸੀਂ ਆਪਣੀ ਮਰਜ਼ੀ ਦੇ ਅਫਸਰ ਤੁਸੀਂ ਸਿਲੈਕਟ ਕਰਕੇ ਇੱਕ ਟੀਮ ਦੇ ਨਾਲ। ਮੈਂ ਇੱਕ ਚਿੱਠੀ ਲਿਖ ਕੇ ਮੈਂ ਕਲੈਰੀਫਿਕੇਸ਼ਨ ਵੀ ਲਿਆ, ਕਿਉਂਕਿ ਇਨਵੈਸਟੀਗੇਸ਼ਨ ਕੰਪਲੀਟ ਹੋ ਗਿਆ ਸੀ। ਮੈਂ ਇਹ ਵੀ ਕਿਹਾ ਕਿ ਕੋਈ ਕਮੀ ਹੈ, ਕੋਈ ਗਲਤੀ ਰਹਿ ਗਈ ਹੈ ਤਾਂ ਦੱਸ ਦਿਓ। ਬਿਊਰੋ ਆਫ ਇਨਵੈਸਟੀਗੇਸ਼ਨ ਜਿਸ ਦੇ ਇੰਚਾਰਜ ਸੀਗੇ ਪ੍ਰਬੋਧ ਕੁਮਾਰ, ਵਹੀ ਪ੍ਰਬੋਧ ਕੁਮਾਰ ਜੋ ਸਿੱਟ ਦੇ ਮੁਖੀ ਬੋਲੇ ਜਾਂਦੇ ਨੇ, ਸਿੱਟ ਦੇ ਮੁਖੀ, ਜਿਨ੍ਹਾਂ ਨੇ ਬਰਗਾੜੀ ਕੋਟਕਪੂਰਾ ਕੇਸ ਦੇ ਵਿੱਚ ਕੁਝ ਕੀਤਾ ਹੀ ਨਹੀਂ। ਉਹਨਾਂ ਨੇ ਇੱਕ ਕੇਸ ਡਾਇਰੀ ਨਹੀਂ ਲਿਖੀ ਸਿੱਟ ਦਾ ਮੈਂਬਰ ਹੋਣ ਦੇ ਨਾਤੇ। ਆਪਣੇ ਆਪ ਨੂੰ ਉਹ ਮੁਖੀ ਬੋਲਦੇ ਨੇ, ਲੇਕਿਨ ਉਹ ਵੀ ਮੈਂਬਰ ਸੀਗੇ। ਵਹੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਇੰਚਾਰਜ ਸੀਗੇ, ਉਹਨਾਂ ਹੀ ਵੱਲੋਂ ਚਿੱਠੀ ਆਈ ਸੀ। ਮੈਂ ਕਲੈਰੀਫਿਕੇਸ਼ਨ ਲੈ ਲਿਆ ਕਿ ਇਹ ਇਨਵੈਸਟੀਗੇਸ਼ਨ ਸਰਕਾਰ ਵੱਲੋਂ ਮੇਰੇ ਕੋਲ ਆਇਆ ਹੈ, ਹੋਮ ਸੈਕਟਰੀ ਸਾਹਿਬ ਵੱਲੋਂ ਆਇਆ ਹੈ ਕਿ ਸਰਕਾਰ ਦਾ ਮਤਲਬ ਪਰਮਿਸ਼ਨ ਹੈ ਇਹਦੇ ਵਿੱਚ ਜੋ ਤੁਸੀਂ ਇਨਵੈਸਟੀਗੇਸ਼ਨ ਚੇਂਜ ਕਰ ਰਹੇ ਹੋ, ਔਰ ਕੋਈ ਕਮੀ ਹੈ ਤਾਂ ਤੁਸੀਂ ਬਤਾਓ, ਕਿਉਂਕਿ ਸਾਰੇ ਇਨਵੈਸਟੀਗੇਸ਼ਨ ਦੇ ਤੁਸੀਂ ਇੰਚਾਰਜ ਹੋ। ਤੁਸੀਂ ਇਨਵੈਸਟੀਗੇਸ਼ਨ ਦੇਖ ਲਓ, ਜਾਂਚ ਲਓ, ਜੇਕਰ ਕੋਈ ਕਮੀ ਬੇਸ਼ੀ ਹੋਵੇ ਫਿਰ ਤੁਸੀਂ। ਲੇਕਿਨ ਇਹ ਹਾਈ ਲੈਵਲ ਦਾ ਇੱਕ ਡਰਾਮਾ ਹੋਇਆ ਸੀ ਇਹਦੇ ਵਿੱਚ। ਆਸ਼ੀਸ਼ ਕਪੂਰ ਨੇ ਕਈ ਅਫਸਰਾਂ ਦੇ ਰਾਹੀਂ ਤੇ ਕਈ ਸਿਆਸਤਦਾਨਾਂ ਦੇ ਰਾਹੀਂ ਇਹਨੇ ਪ੍ਰੈਸ਼ਰ ਪਵਾ ਕੇ ਇਨਵੈਸਟੀਗੇਸ਼ਨ ਨੂੰ ਖਤਮ ਕਰਾਉਣ ਵਾਸਤੇ, ਬੇਸਿਕਲੀ ਜਦੋਂ ਚੇਂਜ ਹੋਇਆ ਇਨਵੈਸਟੀਗੇਸ਼ਨ ਤੇ ਸਾਰਿਆਂ ਨੇ ਇਹੀ ਕਿਹਾ ਕਿ ਕੇਸ ਖਤਮ ਹੋ ਜਾਏਗਾ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ, ਡੀਜੀਪੀ ਸੁਰੇਸ਼ ਅਰੋੜਾ, ਸਾਰਿਆਂ ਨੂੰ ਪਤਾ ਸੀ ਜੀ? ਨਹੀਂ, ਉਦੋਂ ਸੁਰੇਸ਼ ਅਰੋੜਾ ਸਾਹਿਬ ਰਿਟਾਇਰ ਕਰ ਗਏ ਸੀਗੇ। ਜਦੋਂ ਇਨਵੈਸਟੀਗੇਸ਼ਨ ਚੇਂਜ ਹੋਇਆ, ਦਿਨਕਰ ਗੁਪਤਾ ਸਾਹਿਬ ਡੀਜੀਪੀ ਸੀਗੇ ਔਰ ਉਹ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ। ਤਾਂ ਚਲੋ ਕਲੈਰੀਫਿਕੇਸ਼ਨ ਮੈਂ ਲੈ ਲਿਆ। ਕਲੈਰੀਫਿਕੇਸ਼ਨ ਲੈਣ ਤੋਂ ਬਾਅਦ ਮੈਂ ਸਾਰਾ ਕੁਝ, ਜਸਕੀਰਤ ਸਿੰਘ ਐਸਪੀ ਸਾਹਿਬ ਮੇਰੇ ਨਾਲ ਕੰਮ ਕਰਦੇ ਸੀ, ਮੈਂ ਕਿਹਾ ਕਿ ਸਾਰਾ ਫਾਈਲ ਇਕੱਠਾ ਕਰੋ। ਅਸੀਂ ਫਾਈਲ ਵਾਪਿਸ ਕਰ ਦਿੱਤੀ। ਸਾਨੂੰ ਵੀ ਪਤਾ ਲੱਗ ਗਿਆ, ਜਸਕੀਰਤ ਸਿੰਘ ਨੂੰ ਡਰਾਇਆ ਧਮਕਾਇਆ ਵੀ ਗਿਆ ਸੀ। ਕਿਹਦੇ ਵੱਲੋਂ ਜੀ? ਸਰਦ ਸੱਤੇ ਚੌਹਾਨ ਜੀ ਬਾਰ-ਬਾਰ ਬੁਲਾਉਂਦੇ ਸੀ। ਹਾਲਾਂਕਿ ਦੇਖੋ ਉਹ ਇੱਕ ਚੰਗੀ ਸ਼ਖਸੀਅਤ ਵਾਲੇ ਅਫਸਰ ਸੀਗੇ, ਲੇਕਿਨ ਇਸ ਕੇਸ ਦੇ ਵਿੱਚ ਉਹਨਾਂ ਦੇ ਉੱਤੇ ਕਿਸ ਤਰੀਕੇ ਦਾ ਪ੍ਰੈਸ਼ਰ ਪਿਆ ਮੈਨੂੰ ਵੀ ਸਮਝ ਦੇ ਵਿੱਚ ਮਤਲਬ ਇਹ ਗੱਲ ਆਈ ਨਹੀਂ, ਔਰ ਨਾ ਹੀ ਮੇਰੇ ਨਾਲ ਕੋਈ ਗੱਲਬਾਤ ਹੋਈ। ਤੁਹਾਡੀ ਤੇ 900 ਪੇਜ ਦੀ ਰਿਪੋਰਟ ਸੀ, ਉਹਦੇ 'ਚ ਤੁਸੀਂ ਉਹ ਲੇਡੀ ਨੂੰ ਵੀ ਸਮਨ ਕੀਤਾ ਹੋਊਗਾ, ਆਸ਼ੀਸ਼ ਕਪੂਰ ਨੂੰ ਵੀ ਕੀਤਾ, ਉਹ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੋਊਗਾ। ਉਸ ਤੋਂ ਬਾਅਦ ਫਿਰ ਵੀ ਜਿਹੜੀ ਸਰਕਾਰ ਨੇ ਰਿਪੋਰਟ ਸਾਈਟ ਤੇ ਕਰ ਦਿੱਤੀ। ਨਹੀਂ ਦੇਖੋ, ਮੈਂ ਇਹੀ ਕਹਿ ਰਿਹਾ ਨਾ ਕਿ ਸਾਡੀ ਇਨਵੈਸਟੀਗੇਸ਼ਨ ਭਾਵੇਂ ਕੋਈ ਵੀ ਹੋਵੇ, ਜਾਂ ਇਹ ਇਨਵੈਸਟੀਗੇਸ਼ਨ ਹੈ ਜਾਂ ਕੋਈ ਵੀ ਹੈ, ਜਾਂ ਬਰਗਾੜੀ ਬਹਬਲ ਕਲਾ ਕੋਟਕਪੂਰਾ ਦੀ ਹੈ ਜੀ, ਉਹ ਸੱਚਾਈ ਹੈ। ਔਰ ਜਿੱਥੇ ਸੱਚਾਈ ਹੁੰਦੀ ਹੈ ਨਾ, ਜਦੋਂ ਉਹ ਕੇਸ ਖੁੱਲਦਾ ਹੈ ਨਾ ਜੀ, ਤਾਂ ਉਹ ਸੂਦ ਵਿਆਜ ਲੈ ਕੇ ਫਿਰ ਆਗੇ ਚੱਲਦਾ ਹੈ ਜੀ। ਉਹੀ ਹੋ ਰਿਹਾ ਹੈ ਅੱਜ। ਤੁਸੀਂ ਦੇਖੋ, ਜਦੋਂ ਇਹ ਕਰ ਰਹੇ ਸੀਗੇ ਮੈਨੂੰ ਵੀ ਪਤਾ ਸੀ ਕਿ ਚੌਹਾਨ ਸਾਹਿਬ ਇੱਕ ਸੁਲਝੇ ਹੋਏ ਅਫਸਰ ਨੇ, ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ, ਲੇਕਿਨ ਇਹਨਾਂ ਨੇ ਕੇਸ ਕੈਂਸਲ ਕਰ ਦਿੱਤਾ। ਇਹਨਾਂ ਦੇ ਕੋਲ ਕੋਈ ਐਵੀਡੈਂਸ ਨਹੀਂ ਸੀ ਔਰ ਅਸੀਂ ਤਾਂ ਸਾਰਾ ਐਵੀਡੈਂਸ ਉਹਦੇ ਵਿੱਚ ਦਿੱਤਾ ਸੀ। ਤਿੰਨ ਚੀਜ਼ਾਂ ਨੇ ਜਿਹੜਾ ਤੁਸੀਂ ਜ਼ਿਕਰ ਕੀਤਾ, ਇੱਕ ਤੇ ਰੇਪ ਵਾਲਾ ਮਸਲਾ, ਇੱਕ ਐਕਸਟੋਰਸ਼ਨ ਵਾਲਾ, ਇੱਕ ਜਿਹੜਾ ਫਰਜ਼ੀ ਜਾਲੀ ਪਰਚਾ ਦਰਜ ਕੀਤਾ ਹੈਗਾ। ਆਸ਼ੀਸ਼ ਕਪੂਰ ਵਾਕਈ ਬਹੁਤ ਪਹੁੰਚ ਵਾਲਾ ਹੈ ਕਿ ਉਹ ਵਿਜੀਲੈਂਸ ਵਿੱਚ ਕੰਮ ਕਰਦੇ ਰਹੇ ਨੇ, ਜਾਂ ਸਿਆਸੀ ਲੀਡਰਾਂ ਦੇ ਨਾਲ ਵੀ ਚੰਗਾ ਸੰਬੰਧ ਸੀ, ਜਾਂ ਜਿਹੜੀ ਤੁਹਾਡੀ 900 ਪੇਜ ਦੀ ਰਿਪੋਰਟ ਸਰਦ ਸੱਤਿਆ ਚੌਹਾਨ ਸਾਹਿਬ ਦੀ 103 ਰਿਪੋਰਟ ਵਾਲੀ ਸਰਕਾਰ ਨੇ ਡੀਲ ਕਰ ਲਈ? ਦੇਖੋ, ਪੰਜਾਬ ਦੇ ਉੱਤੇ ਖਾਸ ਕਰਕੇ ਪਿਛਲੇ 20 ਸਾਲਾਂ ਤੋਂ ਪੋਲੀਟੀਕਲ ਮਾਫੀਆ ਦਾ ਦਬਦਬਾ ਕਾਇਮ ਹੈ।
ਇਹ ਵਰਡ ਹੋ ਸਕਦਾ ਹੈ ਕਿ ਪੋਲੀਟੀਕਲ ਸਾਇੰਸ ਦੇ ਵਿੱਚ ਪਹਿਲਾਂ ਤੋਂ ਹੋਵੇ, ਲੇਕਿਨ ਮੈਂ ਬਾਰ-ਬਾਰ ਇਸ ਵਰਡ ਨੂੰ ਯੂਜ਼ ਕਰਦਾ ਹਾਂ, ਪੋਲੀਟੀਕਲ ਮਾਫੀਆ। ਉਹਦੇ ਵਿੱਚ ਮਾਫੀਆ ਵੀ ਆ ਜਾਂਦਾ ਹੈ, ਅਫਸਰ ਵੀ ਆ ਜਾਂਦੇ ਨੇ, ਪੋਲੀਟੀਸ਼ੀਅਨ ਵੀ ਆ ਜਾਂਦੇ ਨੇ, ਤਾਂ ਦਬਦਬਾ ਇਹਨਾਂ ਦਾ ਹੀ ਰਿਹਾ ਹੈ। ਠੀਕ ਹੈ, ਤਾਂ ਸ਼ਰਦ ਸੱਤਿਆ ਚੌਹਾਨ ਸਾਹਿਬ, ਮੈਂ ਦੁਬਾਰਾ ਹੀ ਕਹਾਂਗਾ, ਮੋਗਾ ਦੇ ਐਸਐਸਪੀ ਹੁੰਦੇ ਸੀ ਜਦੋਂ ਅਸੀਂ ਨੌਕਰੀ ਜੁਆਇਨ ਕੀਤੀ ਸੀ, ਚੰਗੇ ਅਫਸਰ ਨੇ, ਔਰ ਅਸੀਂ ਸਮਝਦੇ ਸੀ ਕਿ ਠੀਕ ਹੈ ਵਧੀਆ ਕੰਮ ਕਰਨਗੇ, ਲੇਕਿਨ ਕੋਈ ਨਾ ਕੋਈ ਪ੍ਰੈਸ਼ਰ ਤਾਂ ਆਇਆ ਹੋਊਗਾ। ਲੇਕਿਨ ਜੇਕਰ ਮੰਨ ਲਓ ਕੋਈ ਅਫਸਰ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਇਸ ਤਰੀਕੇ ਦਾ ਕੰਮ ਕਰ ਦਿੰਦਾ ਹੈ, ਗਲਤ ਕੰਮ, ਤੁਸੀਂ ਦੇਖੋਗੇ ਸਿਸਟਮ ਤਾਂ ਖਤਮ ਹੋ ਗਿਆ ਨਾ ਜੀ, ਖਤਮ ਹੀ ਨਹੀਂ ਹੋਇਆ, ਕ੍ਰਸ਼ ਹੋ ਗਿਆ ਸਿਸਟਮ। ਜੇਕਰ ਸਾਡੀ ਜ਼ਿੰਮੇਵਾਰੀ ਹੈ ਇਨਸਾਫ ਦਿਲਾਉਣ ਦੀ, ਆਈਪੀਐਸ ਦੇਖੋ ਲੱਖਾਂ ਦੇ ਵਿੱਚ ਕੋਈ ਇੱਕ ਵਿਅਕਤੀ ਆਈਪੀਐਸ ਬੰਦਾ ਹੈ, ਉਹਦੇ ਕੋਲ ਵੀ ਕੇਸ ਆਵੇ ਔਰ ਉਹ ਪ੍ਰੈਸ਼ਰ ਦੇ ਵਿੱਚ ਆ ਜਾਵੇ ਔਰ ਪ੍ਰੈਸ਼ਰ ਦੇ ਵਿੱਚ ਆ ਕੇ ਗਲਤ ਕੰਮ ਕਰੇ, ਤਾਂ ਦੇਖੋ ਇਹ ਇਨਸਾਫ ਦਾ ਕਤਲ ਹੁੰਦਾ ਹੈ। ਤੇ ਜ਼ਾਹਿਰ ਹੈ ਕਿ ਕੋਈ ਬਹੁਤ ਹਾਈ ਲੈਵਲ ਦਾ ਪ੍ਰੈਸ਼ਰ ਹੋਗਾ ਜੀ, ਬਹੁਤ ਹਾਈ ਲੈਵਲ ਦਾ। ਠੀਕ ਹੈ, ਕਿਉਂਕਿ ਜਿਹਨਾਂ ਹਾਲਾਤਾਂ ਦੇ ਵਿੱਚ ਪ੍ਰਬੋਧ ਕੁਮਾਰ ਜੀ ਨੇ ਚਿੱਠੀ ਲਿਖੀ ਸੀ ਤੇ ਬਾਰ-ਬਾਰ ਮੈਨੂੰ ਰਿਮਾਈਂਡਰ ਵੀ ਲਿਖਦੇ ਸੀਗੇ ਤੇ ਬਾਰ-ਬਾਰ ਮੈਂ ਵੀ ਕੁਐਰੀ ਲੈਂਦਾ ਸੀ ਕਿ ਦੇਖੋ ਇੰਨਾ ਸੈਂਸਿਟਿਵ ਕੇਸ ਹੈ ਕਿ ਹੋਮ ਸੈਕਟਰੀ ਸਾਹਿਬ ਨੇ, ਡੀਜੀਪੀ ਪੰਜਾਬ, ਡਾਇਰੈਕਟਰ ਪ੍ਰੋਸੀਕਿਊਸ਼ਨ, ਸਾਰਿਆਂ ਨੂੰ ਬੁਲਾ ਕੇ, ਮੈਨੂੰ ਵੀ ਬੁਲਾ ਕੇ ਫਿਰ ਮੀਟਿੰਗ ਕਰਕੇ ਇਨਵੈਸਟੀਗੇਸ਼ਨ ਉਹਨਾਂ ਨੇ ਮਤਲਬ ਓਕੂ ਨੂੰ ਦਿੱਤਾ ਸੀ। ਓਕੂ ਦਾ ਕੰਮ ਹੀ ਸੀ ਗੈਂਗਸਟਰਸ ਦੇ ਖਿਲਾਫ ਕੰਮ ਕਰਨਾ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਜਿਸ ਨੂੰ ਬਤੌਰ ਆਈਜੀ ਮੈਂ ਹੈਡ ਕਰਦਾ ਹੁੰਦਾ ਸੀ। ਔਰ ਜਦੋਂ ਇਨਵੈਸਟੀਗੇਸ਼ਨ ਚੇਂਜ ਹੋਇਆ ਔਰ ਉਹਨਾਂ ਨੂੰ ਪਤਾ ਲੱਗਿਆ, ਜੋ ਵਿਕਟਿਮ ਸੀਗੇ ਪੂਨਮ ਰਾਜਨ, ਉਹ ਫੇਰ ਗਏ ਸੀਐਮ ਹਾਊਸ ਔਰ ਪਤਾ ਨਹੀਂ ਕਿੱਥੇ ਕਿੱਥੇ ਗਏ। ਮੇਰੇ ਕੋਲ ਵੀ ਹੈ, ਮੈਂ ਕਿਹਾ ਕਿ ਇਨਵੈਸਟੀਗੇਸ਼ਨ ਮਤਲਬ ਮੇਰੇ ਕੋਲੋਂ ਚਲਾ ਗਿਆ, ਮੈਂ ਕੁਝ ਕਰ ਨਹੀਂ ਸਕਦਾ ਹਾਂ। ਬਾਅਦ ਦੇ ਵਿੱਚ ਤਾਂ ਮੈਂ ਰਿਜ਼ਾਈਨ ਵੀ ਕਰ ਦਿੱਤਾ ਸੀ। ਤੇ ਤੁਸੀਂ ਇਹਦੇ ਵਿੱਚ ਇਹ ਦੇਖੋ ਕਿ ਸਾਰਾ ਸਿਸਟਮ ਜੋ ਗਵਰਨਮੈਂਟ ਦਾ ਹੈ, ਇਹਦੇ ਵਿੱਚ ਸੀਐਮ ਦਫ਼ਤਰ ਵੀ, ਇਹਦੇ ਵਿੱਚ ਵਿਜੀਲੈਂਸ ਬਿਊਰੋ ਵੀ ਜਿਹੜਾ ਉਦੋਂ ਦਾ ਸੀਗਾ, ਇਹਦੇ ਵਿੱਚ ਪੁਲਿਸ ਹੈੱਡਕੁਆਟਰ, ਇਹ ਸਾਰਿਆਂ ਨੇ ਮਿਲ ਕੇ ਇੱਕ ਪੂਨਮ ਰਾਜਨ ਨੂੰ ਕਿ ਇਨਸਾਫ ਉਹਨਾਂ ਨੂੰ ਨਾ ਮਿਲੇ ਤੇ ਇੱਕ ਆਸ਼ੀਸ਼ ਕਪੂਰ ਨੂੰ ਬਚਾ ਲਿਆ ਜਾਵੇ। ਤਾਂ ਮੈਂ ਧੰਨਵਾਦ ਕਰਾਂਗਾ ਮੌਜੂਦਾ ਸਰਕਾਰ ਦਾ, ਮੌਜੂਦਾ ਜਿਹੜੇ ਸਾਡੇ ਵਿਜੀਲੈਂਸ ਦੇ ਏਡੀਜੀਪੀ ਸਾਹਿਬ ਨੇ, ਇਹਨਾਂ ਨੇ ਇਸ ਕੇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ। ਮੈਂ ਇਹੀ ਕਹਾਂਗਾ ਕਿ ਚਲੋ ਉਦੋਂ 2 ਸਾਲ ਇੱਕ ਤਰੀਕੇ ਦੇ ਨਾਲ ਕਹੋ, 2 ਸਾਲਾਂ ਤੋਂ ਇਹਨੂੰ ਦਬਾ ਦਿੱਤਾ ਗਿਆ ਸੀ ਕੇਸ ਨੂੰ, ਲੇਕਿਨ ਦੁਬਾਰਾ ਖੁੱਲ ਗਿਆ ਹੈ। ਲੇਕਿਨ ਕੀ ਇਨਵੈਸਟੀਗੇਸ਼ਨ ਹੋ ਰਿਹਾ ਹੈ ਮੈਨੂੰ ਪਤਾ ਨਹੀਂ ਹੈ ਡਿਟੇਲ, ਕਿਉਂਕਿ ਅਖਬਾਰਾਂ ਦੇ ਵਿੱਚ ਜੋ ਆਉਂਦਾ ਹੈ ਮੈਂ ਵਹੀ ਵੇਖਦਾ ਹਾਂ। ਲੇਕਿਨ ਇਹ ਕੇਸ ਇੱਕ ਆਈ ਓਪਨਰ ਹੈ ਜੀ, ਇਹ ਕੇਸ ਇੱਕ ਆਈ ਓਪਨਰ ਹੈ ਕਿ ਕਿਸੇ ਨੂੰ ਕਿਸ ਤਰੀਕੇ ਦੇ ਨਾਲ ਬਚਾਇਆ ਜਾਂਦਾ ਹੈ। ਬਚਾਉਣ ਵਾਸਤੇ ਸੀਐਮ ਆਫਿਸ, ਪੁਲਿਸ ਹੈੱਡਕੁਆਟਰ, ਵਿਜੀਲੈਂਸ ਦਫ਼ਤਰ, ਇਹ ਸਾਰੇ ਮਿਲ ਕੇ, ਔਰ ਮਾਫੀਆ ਇਹਦੇ ਵਿੱਚ ਬਹੁਤ ਸਾਰੇ ਲੋਕ ਨੇ ਜੀ। ਇਹਦੇ ਵਿੱਚ ਕਈ ਐਸੇ ਲੋਕ ਆਉਣਗੇ ਜੋ ਇਹਨਾਂ ਦਾ, ਜਿਸ ਤਰ੍ਹਾਂ ਬਿਲਡਿੰਗ ਵਗੈਰਾ ਦਾ ਇੱਥੇ ਜੀਰਕਪੁਰ ਦੇ ਵਿੱਚ, ਗੁੜਗਾਉਂ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਸਹੀ ਮਾਇਨੇ ਵਿੱਚ ਜੋ ਮਾਫੀਆ ਰਾਜ ਜੋ ਕਿਹਾ ਜਾਂਦਾ ਹੈ ਨਾ, ਔਰ ਜੋ ਫਿਲਮਾਂ ਦੇ ਵਿੱਚ ਤੁਸੀਂ ਦੇਖਦੇ ਹੋ ਮਾਫੀਆ, ਉਹ ਮਾਫੀਆ ਮੈਨੂੰ ਸਰਾਸਰ ਇਹਦੇ ਵਿੱਚ ਦਿਖਾਈ ਦਿੱਤਾ। ਅੱਛਾ, ਤੁਸੀਂ ਰਿਪੋਰਟ ਜ਼ਿਕਰ ਵੀ ਕੀਤਾ ਹੈਗਾ, ਕੁਝ ਅੰਚ ਪੜ੍ਹਿਆ ਹੈਗਾ ਕਿ ਗੁੜਗਾਉਂ ਦੇ ਵਿੱਚ 3 ਮੰਜ਼ਿਲਾ ਫਲੈਟ ਆ, ਉਹ ਪੂਨਮ ਰਾਜਨ ਦਾ ਕਿ ਆਸ਼ੀਸ਼ ਕਪੂਰ ਦਾ ਸੀ? ਉਹ ਦੇਖੋ, ਜਿੱਥੇ ਤੱਕ ਮੈਨੂੰ ਯਾਦ ਹੈ, ਜਦੋਂ ਇਹਨਾਂ ਦਾ ਚੰਗਾ ਸੰਬੰਧ ਸੀਗਾ, ਜਦੋਂ ਉਹ ਜੇਲ੍ਹ ਦੇ ਵਿੱਚ ਸੀਗੀ ਔਰ ਇਹ ਜੇਲ੍ਹ ਸੁਪਰਿੰਟੈਂਡੈਂਟ ਸੀਗੇ, ਇਹਨਾਂ ਨੇ ਇਹ ਕਿਹਾ ਸੀ ਕਿ ਗੁੜਗਾਉਂ ਦੇ ਵਿੱਚ ਤੁਹਾਡੇ ਵਾਸਤੇ ਮੈਂ ਇੱਕ ਫਲੈਟ ਲੈ ਕੇ ਦੇ ਦਿੰਦਾ ਹਾਂ ਤੇ ਸਾਡੀ ਸ਼ਾਦੀ ਵੀ ਮਤਲਬ ਆਪਸ ਦੇ ਵਿੱਚ ਹੋ ਜਾਏਗੀ, ਤੁਸੀਂ ਗੁੜਗਾਉਂ ਦੇ ਵਿੱਚ ਰਹਿਣਾ। ਤਾਂ ਉਹ ਫਲੈਟ ਜਿਹੜਾ ਸੀਗਾ ਆਸ਼ੀਸ਼ ਕਪੂਰ ਵੱਲੋਂ ਪੂਨਮ ਰਾਜਨ ਨੂੰ ਗਿਫਟ ਕਰਨ ਵਾਸਤੇ ਮਤਲਬ ਉਹ ਕੀਤਾ ਗਿਆ ਸੀ। ਲੇਕਿਨ ਜਦੋਂ ਸੰਬੰਧ ਖਰਾਬ ਹੋ ਗਏ ਤਾਂ ਉਹ ਸਾਰਾ ਪੈਸਾ ਪ੍ਰੇਮ ਲਤਾ ਜੋ ਪੂਨਮ ਰਾਜਨ ਦੀ ਮਦਰ ਸੀਗੀ, ਉਹਦੇ ਰਾਹੀਂ ਮਤਲਬ ਉਹ ਕਲੈਕਟ ਵੀ ਕਰ ਲਿਆ ਗਿਆ। ਸਟਾਰਟਿੰਗ ਤੋਂ ਹੀ ਕਿਹਾ ਹੈ ਕਿ ਇੱਕ ਵਿਦਿਨ ਯੂਨੀਫਾਰਮ ਔਰ ਜੇਲ੍ਹ ਸੁਪਰ ਦੇ ਵਿੱਚ ਅਗਰ ਕੰਸੈਂਟ ਨਹੀਂ ਵੀ ਹੈ, ਉਹ ਰੇਪ ਮੰਨਿਆ ਜਾਂਦਾ। ਫਿਰ ਡਾਕਟਰ ਐਸ ਐਸ ਚੌਹਾਨ ਦੀ ਰਿਪੋਰਟ ਕਿਵੇਂ ਕਲੀਨ ਚਿੱਟ ਦੀ ਦਿਓ, ਕਿਵੇਂ ਕੈਂਸਲੇਸ਼ਨ ਜਾ ਸਕਦੇ ਹੈਗੇ ਜੀ? ਦੇਖੋ, ਇਹ ਤਾਂ ਚੌਹਾਨ ਸਾਹਿਬ ਦੱਸਣਗੇ ਨਾ ਜੀ, ਉਹਨਾਂ ਨੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ। ਨਾਰਮਲੀ ਕੋਈ ਇਨਵੈਸਟੀਗੇਸ਼ਨ ਕਿਸੇ ਕੋਲੋਂ ਟ੍ਰਾਂਸਫਰ ਹੁੰਦਾ ਹੈ, ਠੀਕ ਹੈ, ਜਸਕੀਰਤ ਨੂੰ ਤਾਂ ਉਹਨਾਂ ਨੇ ਬੁਲਾਇਆ, ਲੇਕਿਨ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ, ਠੀਕ ਹੈ। ਔਰ ਜਸਕੀਰਤ ਨੂੰ ਵੀ ਦੇਖੋ ਬਹੁਤ ਗਲਤ ਤਰੀਕੇ ਦੇ ਨਾਲ ਟਰੀਟ ਕੀਤਾ ਗਿਆ। ਮੈਂ ਤਾਂ ਹੁਣ ਵੀ ਦੇਖੋ ਸਰਕਾਰ ਨੂੰ ਇਹੀ ਕਹਾਂਗਾ ਕਿ ਇਸ ਕੇਸ ਦੀ ਜੇਕਰ ਡੂੰਘਾਈ ਦੇ ਨਾਲ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਜਸਕੀਰਤ ਸਿੰਘ ਐਸਪੀ ਸਾਹਿਬ ਨੂੰ ਇਹ ਕੇਸ ਦੇ ਦਿੱਤਾ ਜਾਵੇ, ਉਹ ਵਧੀਆ ਇਨਵੈਸਟੀਗੇਸ਼ਨ ਕਰ ਸਕਦਾ ਹੈ। ਔਰ ਜਿਸ ਡੂੰਘਾਈ ਤੱਕ ਉਹ ਗਿਆ ਹੈ, ਮਤਲਬ ਮੈਨੂੰ ਵੀ ਬਹੁਤ ਖੁਸ਼ੀ ਹੋਈ। ਤੁਸੀਂ ਦੇਖੋਗੇ ਮੇਰੀ ਟੀਮ ਦੇ ਵਿੱਚ ਜੋ ਅਫਸਰ ਹੁੰਦੇ ਸੀ ਨਾ ਜੀ, ਉਹ ਸਾਰੇ ਉਸੇ ਤਰੀਕੇ ਦੇ ਹੁੰਦੇ ਸੀ, ਔਰ ਜੋ ਮੈਂ ਵੀ ਉਹਦੇ ਵਿੱਚ ਕਾਫੀ ਉਹ ਕਰਦਾ ਸੀ ਕਿ ਹਾਂਜੀ ਵਧੀਆ ਤਰੀਕੇ ਦੇ ਨਾਲ ਕਰਨਾ ਹੈ। ਜੋ ਨੌਲੇਜ ਮੇਰੇ ਕੋਲ ਹੁੰਦਾ ਸੀ ਉਹ ਸਾਰਾ ਕੁਝ ਔਰ ਐਕਸਪਰਟਾਈਜ਼ ਆਪਣੇ ਅਫਸਰਾਂ ਨੂੰ ਦਿੰਦਾ ਹੁੰਦਾ ਸੀ। ਤੇ ਜੇਕਰ ਇਸ ਕੇਸ ਦੀ ਤਫਤੀਸ਼ ਜਸਕੀਰਤ ਸਿੰਘ ਦੇ ਕੋਲ ਚਲੀ ਜਾਵੇ ਤਾਂ ਉਹ ਬਹੁਤ ਵਧੀਆ
ਤਰੀਕੇ ਦੇ ਨਾਲ ਇਹ ਸਾਰਾ ਕੁਝ ਲਿਆ ਸਕਦੇ ਨੇ, ਕਿਉਂਕਿ 90% ਇਨਵੈਸਟੀਗੇਸ਼ਨ ਹੋ ਗਿਆ ਸੀ, ਸਿਰਫ 10% ਹੀ ਉਦੋਂ ਬਾਕੀ ਸੀਗਾ। ਹੁਣ ਤੁਸੀਂ ਦੇਖੋ, ਜਦੋਂ ਕੇਸ ਦੁਬਾਰਾ ਖੁੱਲ੍ਹ ਹੀ ਗਿਆ, ਸਾਰੀ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ। ਮੈਨੂੰ ਇਹ ਨਹੀਂ ਪਤਾ, ਮੈਨੂੰ ਜੋ ਜਿੱਥੇ ਤੱਕ ਮਤਲਬ ਆਫ ਦਾ ਰਿਕਾਰਡ ਪਤਾ ਲੱਗਿਆ ਹੈ, ਵਿਜੀਲੈਂਸ ਬਿਊਰੋ ਇੱਕ ਛੋਟੇ ਸੇ ਮਤਲਬ ਪਹਿਲੂ ਦੇ ਉੱਤੇ ਇਹ ਤਫਤੀਸ਼ ਕਰ ਰਿਹਾ ਹੈ, ਲੇਕਿਨ ਇਹ ਸਾਰੀ ਸੱਚਾਈ ਆਣੀ ਚਾਹੀਦੀ ਹੈ। ਜਦੋਂ ਪੁਲਿਸ ਕੰਪਲੇਂਟ ਅਥਾਰਟੀ ਦੇ ਕੋਲ ਮਾਮਲਾ ਚਲਾ ਗਿਆ ਤਾਂ ਸਭ ਤੋਂ ਪਹਿਲਾਂ ਪ੍ਰਬੋਧ ਕੁਮਾਰ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ, ਔਰ ਪੁਲਿਸ ਕੰਪਲੇਂਟ ਅਥਾਰਟੀ ਪ੍ਰਬੋਧ ਕੁਮਾਰ ਨੂੰ ਬੁਲਾਵੇ ਕਿ ਤੁਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਤਫਤੀਸ਼ ਚੇਂਜ ਕੀਤੀ ਜੀ, ਕਿ ਜੋ ਤਫਤੀਸ਼ ਹੋਈ ਸੀ ਉਸ ਤਫਤੀਸ਼ ਨੂੰ ਤੁਸੀਂ ਜਾਂਚਿਆ। ਤਫਤੀਸ਼ ਚੇਂਜ ਤੁਸੀਂ ਤਾਂ ਹੀ ਕਰੋਗੇ ਨਾ ਜਦੋਂ ਤੁਸੀਂ ਸੈਟੀਸਫਾਈਡ ਨਹੀਂ। ਜੇਕਰ ਫਾਈਲ ਮੰਗਾਉਂਦੇ, ਤੁਸੀਂ ਚੈੱਕ ਕਰਦੇ ਕੋਈ ਕਮੀ ਉਹਦੇ ਵਿੱਚ ਹੁੰਦੀ, ਫਿਰ ਤੁਸੀਂ ਟ੍ਰਾਂਸਫਰ ਕਰੋ। ਤਾਂ ਸਭ ਤੋਂ ਪਹਿਲਾਂ ਜੇਕਰ ਮੰਨ ਲਓ ਇਹਦੇ ਵਿੱਚ ਕੇਸ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਪ੍ਰਬੋਧ ਕੁਮਾਰ ਨੂੰ ਬੁਲਾਓ, ਤਲਬ ਕਰੋ ਪ੍ਰਬੋਧ ਕੁਮਾਰ ਨੂੰ, ਪੁੱਛੋ ਕਿ ਤੁਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਤਫਤੀਸ਼, ਫਿਰ ਉਹ ਦੱਸਣਗੇ। ਸੁਣੋ, ਉਹ ਦੱਸਣਗੇ ਕਿ ਹਾਂ ਇਹਦੇ ਵਿੱਚ ਉਹ ਕੋਈ ਪੋਲੀਟੀਕਲ ਪ੍ਰੈਸ਼ਰ ਸੀਗਾ, ਕਿ ਮਾਫੀਆ ਦਾ ਦਬਾਅ ਸੀਗਾ, ਕੀ ਸੀਗਾ। ਤੇ ਇਹ ਸਾਰਾ ਕੁਝ ਦੇਖੋ ਖੁੱਲ੍ਹਣਾ ਤਾਂ ਚਾਹੀਦਾ ਹੈ ਨਾ। ਇਹ ਨਹੀਂ ਨਾ ਕਿ ਕੋਈ ਡੀਜੀਪੀ ਰੈਂਕ ਦੇ ਵਿੱਚ ਆ ਗਿਆ ਤਾਂ ਦੁੱਧ ਦਾ ਧੋਇਆ ਹੋਇਆ ਹੋ ਗਿਆ, ਨਹੀਂ ਜੀ। ਹਰ ਵਿਅਕਤੀ ਦੀ ਇਹਦੇ ਵਿੱਚ ਰਿਸਪੌਂਸਿਬਿਲਿਟੀ, ਔਰ ਸ਼ਰਦ ਤੇ ਚੌਹਾਨ ਜੀ ਵੀ, ਉਹਨਾਂ ਦੀ ਵੀ ਜੋ ਵੀ ਰਿਸਪੌਂਸਿਬਿਲਿਟੀ ਬਣਦੀ ਸੀ, ਉਹਨਾਂ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਤੁਸੀਂ ਜੋ ਫੈਕਟਸ ਹੈ ਉਸ ਫੈਕਟਸ ਨੂੰ ਕਿਉਂ ਇਗਨੋਰ ਕਰ ਰਹੇ ਹੋ। ਕਿ ਮੈਨੂੰ ਦੱਸੋ, ਵਿਜੀਲੈਂਸ ਦਾ ਕੰਮ ਤੇ ਐਕਸਟੋਰਸ਼ਨ ਵਾਲਾ ਮਸਲਾ ਆ ਗਿਆ, ਕਰਪਸ਼ਨ ਵਾਲਾ ਮਸਲਾ ਆ ਗਿਆ, ਤੁਹਾਨੂੰ ਲੱਗਦਾ ਕਿ ਜਿਹੜੀ ਪੁਲਿਸ ਕੰਪਲੇਂਟ ਅਥਾਰਟੀ ਇਹ ਨਵੇਂ ਸਿਰੋਂ ਤੋਂ ਪਰਚਾ ਦਰਜ ਕਰ ਸਕਦੀ, ਕਿਉਂਕਿ ਵਿਜੀਲੈਂਸ ਰੇਪ ਵਾਲਾ ਮਸਲਾ ਤਾਂ ਨਹੀਂ ਨਾ ਖੋਲ੍ਹ ਸਕਦੀ ਜੀ? ਨਹੀਂ, ਦੇਖੋ ਪਾਵਰ ਤਾਂ ਸਾਰਿਆਂ ਦੇ ਕੋਲ ਹਰ ਚੀਜ਼ ਦਾ ਹੈ। ਜੇਕਰ ਮੰਨ ਲਓ ਮੈਂ ਵੀ ਤਾਂ ਇਹੀ ਚਾਹ ਰਿਹਾ ਸੀ ਕਿ ਉਹਦੇ ਵਿੱਚ 2-3 FIR ਦਰਜ ਹੋ ਜਾਵੇ ਜੀ, ਕਿਉਂਕਿ 2-3 FIR ਦਰਜ ਹੋ ਜਾਂਦਾ ਤਾਂ ਸੌਖਾ ਹੋ ਜਾਣਾ ਸੀ। ਲੇਕਿਨ ਜਦੋਂ ਮੈਨੂੰ ਕਿਹਾ ਗਿਆ ਕਿ ਨਹੀਂ ਉਸ ਕੇਸ ਦੇ ਵਿੱਚ ਹੀ ਤਫਤੀਸ਼ ਕਰੋ, ਤਾਂ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ। ਉਹ ਜਿੱਥੇ ਅਸੀਂ FIR ਦਰਜ ਕੀਤਾ ਸੀ, ਜੋ ਪੰਜਾਬ ਸਟੇਟ ਸਾਈਬਰ ਕ੍ਰਾਈਮ ਸੈੱਲ ਦੇ ਨਾਲ ਇੱਕ ਸਪੈਸ਼ਲ ਕ੍ਰਾਈਮ ਬਿਊਰੋ ਵੀ ਸੀਗਾ, ਤੇ ਸਪੈਸ਼ਲ ਕ੍ਰਾਈਮ ਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀ ਮੋਹਾਲੀ ਦੇ ਵਿੱਚ, ਉਹਦਾ ਜੁਰਿਸਡਿਕਸ਼ਨ ਪੂਰਾ ਪੰਜਾਬ ਹੈ ਜੀ। ਤੇ ਇਸ ਕਰਕੇ ਤੁਸੀਂ ਦੇਖੋ, ਜੇਕਰ ਇੱਕ FIR ਹੈ ਤਾਂ ਵੀ ਉਹਦੇ ਵਿੱਚ ਬਹੁਤ ਸਾਰੇ, ਉਹਦੇ ਵਿੱਚ ਜਿੰਨੇ ਵੀ ਪਹਿਲੂ, ਭਾਵੇਂ ਅੰਮ੍ਰਿਤਸਰ ਜੇਲ੍ਹ ਦਾ ਹੋਵੇ, ਭਾਵੇਂ ਕਿਸੇ ਹੋਰ ਮਤਲਬ ਏਰੀਆ ਰੋਪੜ ਦਾ ਹੈ, ਪਟਿਆਲਾ ਜੇਲ੍ਹ ਦਾ, ਮਤਲਬ ਇੱਕ ਤਰੀਕੇ ਦੇ ਨਾਲ ਇੰਟਰ ਸਟੇਟ ਇਹਦਾ ਬੰਦਾ ਹੈ ਜੀ, ਇੰਟਰ ਸਟੇਟ। ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਵੀ ਦੇਖੋ ਮੌਕਾ ਹੈ ਕਿ ਇਨਵੈਸਟੀਗੇਸ਼ਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜੇਕਰ ਤੁਸੀਂ ਕਰਾ ਲੋਗੇ ਤਾਂ ਸਾਰਾ ਕੁਝ, ਹਰ ਰਾਜ ਖੁੱਲੇਗਾ। ਰਾਜ ਖੁੱਲੇਗਾ ਤਾਂ ਦੇਖੋ ਹੋਣਾ ਕੀ ਹੈ ਕਿ ਆਇੰਦਾ ਕੋਈ ਅਫਸਰ ਇਸ ਤਰੀਕੇ ਦੇ ਨਾਲ ਮਤਲਬ ਗਲਤ ਕੰਮ ਨਹੀਂ ਕਰੇਗਾ ਕਿ ਹਾਂ ਚਲੋ ਜੀ ਇਸ ਤਫਤੀਸ਼ ਨੂੰ ਫਲਾਣੇ ਨੂੰ ਦੇ ਦਿਓ। ਮਤਲਬ ਇਹ ਕੋਈ ਪ੍ਰਾਈਵੇਟ ਲਿਮਿਟਿਡ ਕੰਪਨੀ ਨਹੀਂ ਹੈ, ਜਸਟਿਸ ਡਿਲੀਵਰੀ ਸਿਸਟਮ ਹੈ ਨਾ ਜੀ। ਉਹ ਇੱਕ ਸਾਰਾ ਕੁਝ ਤੁਸੀਂ ਦੇਖੋਗੇ ਕਿ ਇੱਕ ਸਿਸਟਮ ਦੇ ਤਹਿਤ ਹੈ, ਕ੍ਰਿਮੀਨਲ ਪ੍ਰੋਸੀਜਰ ਕੋਡ ਹੈ, IPC ਹੈ, ਪੰਜਾਬ ਪੁਲਿਸ ਮੈਨੂਅਲ ਹੈ, ਮੁਲਕ ਦਾ ਸੰਵਿਧਾਨ ਹੈ, ਇਹ ਸਾਰਾ ਕੁਝ ਮਿਲਾ ਕੇ ਹੁੰਦਾ ਹੈ ਕ੍ਰਿਮੀਨਲ ਜਸਟਿਸ ਡਿਲੀਵਰੀ ਸਿਸਟਮ। ਤਾਂ ਉਹ ਸਾਰਾ ਕੁਝ ਦੇਖੋ, ਇਹਨਾਂ ਨੂੰ ਚਾਹੀਦਾ ਹੈ ਕਿ ਜਿਸ ਦੀ ਉਹਦੇ ਵਿੱਚ ਕੋਤਾਹੀ ਰਹੀ ਹੈ ਉਹ ਸਾਰਿਆਂ ਦਾ ਭੇਦ ਖੁੱਲ੍ਹਣਾ ਚਾਹੀਦਾ ਹੈ ਕਿ ਕਿਸ ਨੇ ਕੀ ਕੀਤਾ, ਰੋਲ ਪਲੇ ਕੀਤਾ। ਅੱਛਾ, ਇੱਕ ਹੋਰ ਜ਼ਿਕਰ ਇਹ ਵੀ ਹੈਗਾ ਕਿ ਇਸ ਲੇਡੀ ਨੂੰ ਜੀਰਕਪੁਰ ਥਾਣੇ 'ਚ ਇਲੈਕਟ੍ਰਿਕ ਸ਼ਾਰਟ ਵੀ ਦਿੱਤੇ ਗਏ। ਇੱਕ ਉੱਥੇ ਸਮਰਪਾਲ ਸਿੰਘ ਸੀ, ਫਿਰ ਨਾ ਵੀਡੀਓ ਰਿਕਾਰਡਿੰਗ ਪੇਸ਼ ਕੀਤੀ, ਉਲਟਾ ਕਲੀਨ ਚਿੱਟ ਦਿੱਤੀ ਗਈ ਹੈਗੀ। ਹਜੇ ਤੱਕ ਸਮਰਪਾਲ ਨੂੰ ਵੀ ਸੰਮਨ ਨਹੀਂ ਹੋਇਆ ਜੀ। ਦੇਖੋ, ਪੁਲਿਸ ਕਸਟਡੀ ਦੇ ਵਿੱਚ ਵੀ ਉਸ ਦੇ ਨਾਲ ਰੇਪ ਕੀਤਾ ਗਿਆ ਜੀ। मैं हर चीज़ नहीं बोलना चाहूँगा, लेकिन पुलिस कस्टडी जो उन्होंने लिखाया है ये बहुत दर्दनाक कहानी है जी, बहुत दर्दनाक कहानी है और शर्मनाक भी है कि ऐसे सिस्टम ਦੇ ਵਿੱਚ ਹੋਇਆ। ਪੰਜਾਬ ਪੁਲਿਸ ਦਾ ਨਾਂ ਜੋ ਹੈ ਨਾ ਜੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਪੰਜਾਬ ਪੁਲਿਸ ਨੂੰ ਇੱਕ ਮਤਲਬ ਤੁਸੀਂ ਕਹੋਗੇ ਨਾ ਕਿ ਬਹੁਤ ਹੀ ਪ੍ਰੋਫੈਸ਼ਨਲ ਪੁਲਿਸ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ, ਲੇਕਿਨ ਕੁਝ ਲੋਕਾਂ ਨੇ ਪੰਜਾਬ ਪੁਲਿਸ ਦਾ ਨਾਂ ਬਰਬਾਦ ਕੀਤਾ ਜੀ। ਤਾਂ ਉਹਦੇ ਵਿੱਚ ਦੇਖੋ ਇਹ ਕੇਸ ਵੀ ਹਮੇਸ਼ਾ ਪੰਜਾਬ ਪੁਲਿਸ ਦੇ ਵਿੱਚ ਇੱਕ ਕਲੰਕ ਦੇ ਰੂਪ ਦੇ ਵਿੱਚ ਰਹੇਗਾ। ਪੁਲਿਸ ਕਸਟਡੀ ਦੇ ਵਿੱਚ ਟੌਰਚਰ ਤਾਂ ਹੋਇਆ ਹੀ, ਫਿਜ਼ੀਕਲੀ ਵੀ, ਮੈਂਟਲੀ ਵੀ, ਹਰ ਤਰੀਕੇ ਦੇ ਨਾਲ। ਔਰ ਮੂਵੀ ਵੀ ਬਣਾਈ ਗਈ ਹੈ, ਮੂਵੀ ਵੀ ਬਣਾਈ ਗਈ ਸੀ। ਉਹ ਹਰ ਚੀਜ਼ ਮਤਲਬ ਉਹਦੇ ਵਿੱਚ ਸੀਗਾ। ਜਦੋਂ ਅਸੀਂ ਤਫਤੀਸ਼ ਕਰਦੇ ਸੀ ਤੇ ਇੱਕ ਬੰਦਾ ਬਾਹਰ ਭੱਜ ਗਿਆ ਸੀ, ਇਸ ਕਰਕੇ ਉਹਦੇ ਨਾਲ ਪੁੱਛਗਿੱਛ ਨਹੀਂ ਹੋ ਸਕੀ ਸੀ। ਤਾਂ ਸਾਰਾ ਹਾਲਾਤ ਤੁਸੀਂ ਦੇਖੋ ਇਸ ਤਰੀਕੇ ਦਾ ਹੈ ਕਿ ਕੇਵਲ ਤੁਸੀਂ ਇੱਕ ਕੇਸ ਨੂੰ ਹੀ ਖੋਲ ਦਿਓ ਤਾਂ ਹਰ ਚੀਜ਼ ਸਾਹਮਣੇ ਆ ਜਾਏਗੀ। ਔਰ ਆਇੰਦਾ ਕੋਈ ਅਫਸਰ ਇਸ ਤਰੀਕੇ ਦਾ ਨਹੀਂ ਕਰੂਗਾ ਜੀ, ਇਸ ਤਰੀਕੇ ਦਾ ਨਹੀਂ ਕਰੂਗਾ। ਪੁਲਿਸ ਦਾ ਕੰਮ ਹੈ ਕਿ ਹਾਂ ਜੀ ਤੁਸੀਂ ਸੱਚਾਈ ਸਾਹਮਣੇ ਲਿਆਓ, ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਕਾਰਵਾਈ ਕਰੋ। ਤਾਂ ਇੱਕ ਪਾਸੇ ਤਾਂ ਮੈਂ ਕਹਾਂਗਾ ਕਿ ਹੁਣ ਇਹ ਸਰਕਾਰ ਮਤਲਬ ਚਲੋ ਇਸ ਸਰਕਾਰ ਦੇ ਵਿੱਚ ਕੇਸ ਦੁਬਾਰਾ ਖੁੱਲ੍ਹ ਗਿਆ, ਲੇਕਿਨ ਹਰ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਔਰ ਮੈਂ ਵੀ ਇਹਦੇ ਵਿੱਚ ਮੈਂ ਚਿੱਠੀ ਲਿਖਾਂਗਾ
ਆਪਣੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਾਂਗਾ ਜੋ ਜਾਣਕਾਰੀ ਮੇਰੇ ਕੋਲ ਹੈ, ਕਿਉਂਕਿ ਬਹੁਤ ਸਾਰੇ ਤੱਥ ਮੈਨੂੰ ਯਾਦ ਨੇ ਜੀ। ਮੈਨੂੰ ਤਾਂ ਡੇਟ ਵੀ ਯਾਦ ਹੈ। ਦੇਖੋ ਮੈਂ ਕਿਹਾ ਨਾ ਕਿ 19 ਸਤੰਬਰ 2019 ਨੂੰ ਮੀਟਿੰਗ ਹੋਈ ਸੀਗੀ। ਜੋ ਮੁਕੱਦਮਾ ਇਹ ਦਰਜ ਹੋਇਆ 151 ਨੰਬਰ 2018 ਦੇ ਵਿੱਚ ਮਈ ਮਹੀਨੇ ਦੇ ਵਿੱਚ ਦਰਜ ਹੋਇਆ ਸੀ, ਉਹ ਤਾਂ ਸਰਾਸਰ ਮਿਸਯੂਜ਼ ਹੈ ਨਾ ਅਥਾਰਟੀ ਦਾ, ਸਰਾਸਰ ਮਿਸਯੂਜ਼ ਹੈ। ਪੁਲਿਸ ਤੇ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ ਜੇਕਰ ਜਾਣਦੇ ਹੋਏ ਲਵਲੀਸ਼ ਗਰਗ ਦਾ ਉਸ ਲੇਡੀ ਦੇ ਨਾਲ ਕੋਈ ਲਿੰਕ ਹੀ ਨਹੀਂ ਹੈ ਔਰ ਤੁਸੀਂ ਉਹਦੇ ਉੱਤੇ ਐਲੀਗੇਸ਼ਨ ਲਗਾ ਦੇ ਰਹੇ ਹੋ, FIR ਦਰਜ ਕਰ ਰਹੇ ਹੋ, ਇਨਵੈਸਟੀਗੇਸ਼ਨ ਕਰ ਰਹੇ ਹੋ, ਔਰ ਜਦੋਂ ਕੇਸ ਸਾਡੇ ਕੋਲ ਆਇਆ ਸਜ਼ਾ ਵੀ ਹੋ ਗਈ। ਤਾਂ ਉਸ ਨੂੰ ਦੇਖੋ, ਭਾਵੇਂ ਸਰਕਾਰ ਕੋਈ ਵੀ ਹੋਵੇ, ਸਰਕਾਰੀ ਸਿਸਟਮ ਦੇ ਉੱਤੇ ਵਿਸ਼ਵਾਸ ਤਾਂ ਨਹੀਂ ਹੋਗਾ ਨਾ। ਔਰ ਜੋ ਸੰਵਿਧਾਨ ਹੈ ਜਾਂ ਸਿਸਟਮ ਹੈ ਉਸ ਮਤਲਬ ਪਰਿਵਾਰ ਵਾਸਤੇ ਦੇਖੋ, ਇਹ ਦੇਸ਼ ਆਜ਼ਾਦ ਹੈ ਕਿ ਇਹ ਦੇਸ਼ ਆਜ਼ਾਦੀ ਦਾ ਵੀ ਕੋਈ मतलब नहीं है ना। तो मैं तो यही कहूँगा कि देखो सच्चाई सामने मतलब आ जानी चाहिए है। जो एक बार खुल ही गया तो हर तथ्य ਨੂੰ ਸਾਹਮਣੇ ਲੈ ਕੇ ਆਓ। ਔਰ ਮੈਂ ਪੁਲਿਸ ਕੰਪਲੇਂਟ ਅਥਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਦੇ ਨਾਲ ਵੀ ਮਿਲਾਂਗਾ, ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਮਿਲਾਂਗਾ। ਔਰ ਜੋ ਮੈਨੂੰ ਯਾਦ ਹੈ ਜਾਂ ਜੋ ਮਤਲਬ ਮੇਰੇ ਕੋਲ ਉਸ ਦੇ ਬਾਰੇ ਜੋ ਵੀ ਤੱਥ ਨੇ ਉਹ ਤੱਥ ਦੇ ਆਧਾਰ 'ਤੇ ਮੈਂ ਵੀ ਇਹਦੇ ਵਿੱਚ ਕਰਾਂਗਾ। ਔਰ ਇਸ ਮਸਲੇ ਨੂੰ ਮੈਂ ਵਿਧਾਨ ਸਭਾ ਦੇ ਵਿੱਚ ਵੀ ਉਠਾਉਣਾ ਹੈ, ਕਿਉਂਕਿ ਦੇਖੋ ਪੰਜਾਬ ਪੁਲਿਸ ਜਿਸ ਕੰਮ ਵਾਸਤੇ ਜਾਣੀ ਜਾਂਦੀ ਹੈ, ਪੰਜਾਬ ਪੁਲਿਸ ਇੱਕ ਬਿਹਤਰੀਨ ਪੁਲਿਸ ਪੂਰੇ ਵਰਲਡ ਦੇ ਰੂਪ ਦੇ ਵਿੱਚ ਮਤਲਬ ਹੈ ਔਰ ਇਹਦੀ ਸ਼ਾਖ ਹੈ। ਤਾਂ ਪੰਜਾਬ ਪੁਲਿਸ ਦੀ ਸ਼ਾਖ ਬਰਕਰਾਰ ਰਹਿਣੀ ਚਾਹੀਦੀ ਹੈ। ਚੰਦ 2-4 ਅਫਸਰਾਂ ਨੇ ਜੇਕਰ ਮੰਨ ਲਓ ਇਸ ਤਰੀਕੇ ਦਾ ਕੰਮ ਕੀਤਾ ਹੈ ਤਾਂ ਉਸ ਦੇ ਚਲਦੇ ਪੰਜਾਬ ਪੁਲਿਸ ਦੇ ਉੱਤੇ ਕਲੰਕ ਨਹੀਂ ਲੱਗਣਾ ਚਾਹੀਦਾ ਹੈ। ਮੈਂ 23 ਸਾਲ ਨੌਕਰੀ ਕੀਤੀ ਪੰਜਾਬ ਪੁਲਿਸ ਦੇ ਵਿੱਚ, ਮੈਨੂੰ ਮਾਣ ਹੈ ਜੀ ਪੰਜਾਬ ਪੁਲਿਸ ਦੇ ਉੱਤੇ। ਔਰ ਕੁਝ ਅਫਸਰ ਇਸ ਤਰ੍ਹਾਂ ਦੇ ਪੋਲੀਟੀਕਲ ਮਾਫੀਆ ਦੇ ਦਬਾਅ ਹੇਠ ਆ ਕੇ ਜਾਂ ਪੈਸੇ ਲੈ ਕੇ ਜੋ ਕੰਮ ਕਰ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਔਰ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਪ੍ਰਬੋਧ ਕੁਮਾਰ ਦੇ ਖਿਲਾਫ ਹੋਣੀ ਚਾਹੀਦੀ ਹੈ। ਅੱਛਾ, ਇਹ ਜਦੋਂ ਪੂਰਾ ਕੇਸ ਤੁਸੀਂ ਹੈਂਡਲ ਕੀਤਾ ਹੈਗਾ, ਆਸ਼ੀਸ਼ ਕਪੂਰ ਮੰਨਦਾ ਆਪਣਾ ਗੁਨਾਹ ਜੀ 900 ਪੇਜ ਦੀ ਰਿਪੋਰਟ ਦੇ ਵਿੱਚ? ਕੋਈ ਵਿਅਕਤੀ ਚੋਰੀ ਕਰਦਾ ਹੈ, ਕੋਈ ਵਿਅਕਤੀ ਚੋਰੀ ਕਰਦਾ ਹੈ ਤਾਂ ਅਦਾਲਤ ਦੇ ਵਿੱਚ ਅਦਾਲਤ ਪੁੱਛਦੀ ਹੈ ਕਿ ਤੁਸੀਂ ਚੋਰੀ ਕੀਤੀ ਹੈ ਤਾਂ ਉਹ ਬੰਦਾ ਇਹੀ ਕਹੇਗਾ ਕਿ ਨਹੀਂ ਜੀ ਨਹੀਂ ਕੀਤੀ। ਲੇਕਿਨ ਤੁਸੀਂ ਦੇਖੋਗੇ ਕਿ ਉਹ ਕਿੱਥੇ ਕਿੱਥੇ ਨਹੀਂ ਗਿਆ ਔਰ ਮੇਰੇ ਤੇ ਦਬਾਅ ਕਿਸ ਤਰੀਕੇ ਦਾ ਪਵਾਇਆ ਉਹਨੇ, ਪਰਿਵਾਰਿਕ ਤੌਰ 'ਤੇ, ਸਮਾਜਿਕ ਤੌਰ 'ਤੇ ਔਰ ਆਧਿਕਾਰਿਕ ਤੌਰ 'ਤੇ। ਜੋ ਮੇਰੇ ਸੀਨੀਅਰ ਅਫਸਰ ਸੀਗੇ ਉਹਨਾਂ ਦੇ ਰਾਹੀਂ ਵੀ ਦਬਾਅ। ਮੈਂ ਕਿਹਾ ਕਿ ਦੇਖੋ ਜੀ ਇਨਵੈਸਟੀਗੇਸ਼ਨ ਜਿੱਥੇ ਮਰਜ਼ੀ ਦੇ ਦਿਓ, ਲਿਖਤੀ ਜਵਾਬ ਵੀ ਮੇਰੇ ਕੋਲ ਸਰਕਾਰ ਵੱਲੋਂ ਆਇਆ ਕਿ ਤੁਸੀਂ ਲਿਖਤੀ ਜਵਾਬ ਦਿਓ। ਇਹਨਾਂ ਨੇ ਇੱਕ ਚਿੱਠੀ ਲਿਖੀ ਹੋਈ ਹੈ। ਮੈਂ ਕਿਹਾ ਕਿ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈ, ਤੁਸੀਂ ਜਿੱਥੇ ਮਰਜ਼ੀ ਤਫਤੀਸ਼ ਕਰਾਓ, ਲੇਕਿਨ ਸਾਡੇ ਕੋਲ ਤਫਤੀਸ਼ ਰਹੇਗੀ ਤਾਂ ਅਸੀਂ ਤਾਂ दूध ਦਾ दूध ਪਾਣੀ ਦਾ ਪਾਣੀ ਕਰਨਾ ਹੈ। ਮੈਂ ਇਹ ਵੀ ਕਿਹਾ ਸੀ ਕਿ ਇਹ ਕੇਸ ਦੁਬਾਰਾ ਖੁੱਲ੍ਹਣਾ ਹੈ, ਇੱਕ ਨਾ ਇੱਕ ਦਿਨ ਖੁੱਲ੍ਹਣਾ ਹੈ। ਔਰ ਜਦੋਂ ਕੇਸ ਖੁੱਲ੍ਹ ਜਾਏਗਾ ਤਾਂ ਬਹੁਤ ਸਾਰੇ ਲੋਕ ਆਈਨੇ ਦੇ ਵਿੱਚ ਆਪਣੀ ਤਸਵੀਰ ਵੀ ਨਹੀਂ ਦੇਖ ਪਾਉਣਗੇ, ਆਪਣਾ ਚਿਹਰਾ ਵੀ ਜੇਕਰ ਦੇਖਣਗੇ ਤਾਂ ਸ਼ਰਮ ਕਰਨਗੇ। ਔਰ ਉਹ ਦੇਖੋ ਅੱਜ ਹੋ ਰਿਹਾ ਹੈ। ਮੈਨੂੰ ਅਖਬਾਰਾਂ ਦੇ ਵਿੱਚ ਪਤਾ ਚੱਲਿਆ ਪੜ੍ਹ ਕੇ ਕਿ ਦੇਖੋ ਜਿਨ੍ਹਾਂ ਅਫਸਰਾਂ ਨੂੰ ਪੁਲਿਸ ਕੰਪਲੇਂਟ ਅਥਾਰਟੀ ਨੇ ਬੁਲਾਈ ਸੀ ਉੱਥੇ ਜਾ ਕੇ ਮਾਫੀ ਮੰਗ ਰਹੇ ਨੇ ਜੀ। ਜੇਕਰ ਤੁਸੀਂ ਉੱਥੇ ਮਾਫੀ ਮੰਗ ਰਹੇ ਹੋ ਔਰ ਤੁਸੀਂ IPS ਅਫਸਰ ਹੋ ਤਾਂ ਇਹ ਤਾਂ ਗੱਲ ਮਤਲਬ ਐਸੇ ਵਿਅਕਤੀ ਜਿਹੜੇ ਹੁੰਦੇ ਨੇ, ਐਸੇ ਅਫਸਰ ਬਹੁਤ ਖਤਰਨਾਕ ਕਿਸਮ ਦੇ ਹੁੰਦੇ ਨੇ। ਅੱਛਾ, ਰੇਪ ਦਾ ਮਸਲਾ ਸੀ ਔਰ ਇਸ SIT ਜਿਹੜੀ ਡਾਕਟਰ ਚੌਹਾਨ ਉਹਦੇ 'ਚ ਤੇ ਇੱਕ ਲੇਡੀ ਆਫੀਸਰ ਵੀ ਵਿਭੂ ਰਾਜ, ਹਾਲਾਂਕਿ ਉਹਨਾਂ ਨੂੰ ਤੇ ਉਹਦੀ ਜਿਹੜੀ ਮੈਂ ਬਹੁਤੇ ਹਰ ਅਫਸਰ ਦੇ ਉੱਤੇ ਤੁਸੀਂ ਕਹੋਗੇ ਟਿੱਪਣੀ ਕਰਨ ਵਾਸਤੇ ਮੈਂ ਨਹੀਂ ਟਿੱਪਣੀ ਕਰਾਂਗਾ, ਕਿਉਂਕਿ ਮੈਂ ਉਸੇ ਮਹਿਕਮੇ ਦੇ ਵਿੱਚ ਦੇਖੋ 23 ਸਾਲ ਕੰਮ ਕੀਤਾ ਜੀ। ਲੇਕਿਨ ਜੋ ਸੱਚਾਈ ਹੈ, ਮੈਂ ਪਹਿਲਾਂ ਹੀ ਕਿਹਾ ਕਿ ਸੱਚਾਈ ਸਾਹਮਣੇ ਆਵੇ, ਮੈਂ ਕਿਉਂ ਬੋਲਾਂਗਾ। ਜੋ ਜਦੋਂ ਸੱਚਾਈ ਸਾਹਮਣੇ ਆਵੇ ਫਿਰ ਪਤਾ ਲੱਗੇ ਸਾਰਿਆਂ ਨੂੰ ਕਿ ਕਿਸ ਦਾ ਕੀ ਰੋਲ ਰਿਹਾ ਹੈ ਔਰ ਸੱਚਾਈ ਆਉਣੀ ਚਾਹੀਦੀ ਹੈ ਜੀ। ਠੀਕ ਹੈ, ਤਾਂ ਬਹੁਤ ਸਾਰੇ ਹਲੇ ਜਿਹੜੇ ਚਿਹਰੇ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਣ ਵਾਲੇ ਬਾਕੀ ਨੇ। ਦੇਖੋ ਬੇਨਕਾਬ ਤਾਂ ਹੋਣਗੇ ਹੀ ਹੋਣਗੇ, ਅੱਜ ਹੋਣਗੇ, ਕੱਲ ਹੋਣਗੇ। ਜਿਨ੍ਹਾਂ ਨੇ ਗਲਤੀ ਕੀਤੀ ਹੈ, ਜਾਣਬੁੱਝ ਕੇ ਗਲਤੀ ਕੀਤੀ ਹੈ, ਭਾਵੇਂ ਮਤਲਬ ਇੱਕ ਤਰੀਕੇ ਦਾ ਇਹ ਕਰਪਸ਼ਨ ਹੀ ਹੈ ਨਾ, ਕੋਈ ਪੈਸੇ ਲੈ ਕੇ ਕਰਦਾ ਹੈ ਜਾਂ ਕੋਈ ਦਬਾਅ ਹੇਠਾ ਕੇ ਕਰਦਾ ਹੈ, ਡਰ ਕੇ ਕਰਦਾ ਹੈ। ਤਾਂ ਦਬਾਅ ਵੀ, ਪੈਸਾ ਵੀ, ਜੋ ਕੁਝ ਵੀ ਹੈ ਇਹ ਗਲਤ ਹੈ ਨਾ ਜੀ। ਜਦੋਂ ਪੁਲਿਸ ਦੇ ਵਿੱਚ ਤੁਸੀਂ ਆ ਹੀ ਗਏ, ਉਹ ਵੀ IPS ਦੇ ਵਿੱਚ ਆ ਗਏ, ਫਿਰ ਦਬਾਅ ਕਿਸ ਚੀਜ਼ ਦਾ ਜੀ? ਦਬਾਅ ਕਿਸ ਚੀਜ਼ ਦਾ? ਸਰਕਾਰਾਂ ਦੇਖੋ, ਮੈਂ ਤਾਂ ਬਾਰ-ਬਾਰ ਇਹੀ ਬੋਲਦਾ ਹਾਂ ਕਿ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਠੀਕ ਹੈ ਕਿ ਨਹੀਂ, ਲੇਕਿਨ ਜੋ ਤੁਸੀਂ ਗਲਤ ਕਰ ਦਿੱਤਾ ਉਹ ਉਦੋਂ ਇਹਨਾਂ ਨੂੰ ਨਹੀਂ ਸੀ ਪਤਾ ਕਿ ਹਾਂ ਸਰਕਾਰ ਬਦਲ ਜਾਏਗੀ, ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਏਗੀ, ਰਗੜਾ ਮਿਲ ਜਾਏਗਾ, ਠੀਕ ਹੈ ਕਿ ਨਹੀਂ। ਤਾਂ ਇਸ ਕਰਕੇ ਇਹ ਸਾਰਾ ਇੱਕ ਵਾਰ ਸਾਰੇ ਤੱਥ ਸਾਹਮਣੇ ਜੇਕਰ ਆ ਜਾਣਗੇ ਔਰ ਉਹ ਆਉਣਗੇ, ਕਿਉਂਕਿ ਮੈਂ ਵੀ ਚੁੱਪ ਨਹੀਂ ਬੈਠਣਾ ਹੈ, ਕਿਉਂਕਿ ਜਦੋਂ ਮੈਂ ਨੌਕਰੀ ਹੀ ਛੱਡੀ ਹੈ। ਔਰ ਇਹ ਵੀ ਇੱਕ ਚੀਜ਼ ਜਾਂਦੇ ਜਾਂਦੇ ਮੈਂ ਇਹ ਕਹਾਂਗਾ ਕਿ ਮੈਂ ਨੌਕਰੀ ਛੱਡੀ ਸੀ ਬਰਗਾੜੀ ਬਹਬਲ ਕਲਾ ਕੋਟਕਪੂਰਾ, ਉਸ ਕੇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਜਦੋਂ ਇਨਸਾਫ ਮਿਲ ਗਿਆ
ਤਾਂ ਪੰਜਾਬ ਦੀ ਜਨਤਾ ਇਸ ਕੇਸ ਨੂੰ 100 ਸਾਲ ਤੱਕ ਯਾਦ ਰੱਖੇਗੀ ਔਰ ਜੇਕਰ ਨਹੀਂ ਮਿਲਦਾ ਹੈ ਤਾਂ 400 ਸਾਲ ਤੱਕ ਯਾਦ ਰੱਖੂਗੀ ਜਨਤਾ ਔਰ ਹਰ ਸੱਚਾਈ ਸਾਹਮਣੇ ਆਣੀ ਹੈ ਜੀ, ਹਰ ਸੱਚਾਈ ਸਾਹਮਣੇ ਆਉਣੀ ਹੈ। ਕਿਉਂਕਿ ਅਸੀਂ ਜਦੋਂ ਇਨਵੈਸਟੀਗੇਸ਼ਨ ਕਰਦੇ ਸੀ, ਕਿਉਂਕਿ ਹੁਣ ਮੈਂ ਨੌਕਰੀ ਛੱਡ ਦਿੱਤੀ ਹੈ, ਤਾਂ ਅਸੀਂ ਦੇਖੋ ਸਾਡਾ ਮਕਸਦ ਹੀ ਹੁੰਦਾ ਸੀ ਸੱਚਾਈ ਨੂੰ ਸਾਹਮਣੇ ਲੈ ਕੇ ਆਉਣਾ ਔਰ ਸੱਚਾਈ ਅਦਾਲਤ ਦੇ ਸਾਹਮਣੇ ਰੱਖਣਾ, ਭਾਵੇਂ ਕਿਸੇ ਨੂੰ ਸਜ਼ਾ ਹੋਵੇ, ਕੋਈ ਬਰੀ ਹੋ ਜਾਵੇ, ਲੇਕਿਨ ਜੋ ਸੱਚਾਈ ਹੈ ਔਰ ਜੋ ਐਵੀਡੈਂਸ ਆ ਗਿਆ ਉਹ ਐਵੀਡੈਂਸ ਅਦਾਲਤ ਦੇ ਸਨਮੁਖ ਰੱਖਣਾ, ਇਹ ਸਾਡਾ ਮਕਸਦ ਹੁੰਦਾ ਸੀ ਤੇ ਇਹੀ ਹੋਣਾ ਚਾਹੀਦਾ ਹੈ। ਔਰ ਇਸ ਕੇਸ, ਜਿਸ ਕੇਸ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਇਸ ਕੇਸ ਦੀ ਸਾਰੀ ਸੱਚਾਈ ਆਊਗੀ ਔਰ ਮੈਨੂੰ ਖੁਸ਼ੀ ਹੈ ਕਿ ਪੁਲਿਸ ਕੰਪਲੇਂਟ ਅਥਾਰਟੀ ਨੇ ਵੀ, ਮਤਲਬ ਪਹਿਲੀ ਵਾਰ ਮੈਂ ਦੇਖਿਆ ਹਾਂ, ਕਿਉਂਕਿ ਇਹ ਤਾਂ ਜਦੋਂ 2007 ਦੇ ਵਿੱਚ ਪੰਜਾਬ ਪੁਲਿਸ ਐਕਟ ਬਣਾਇਆ ਗਿਆ ਸੀ, ਉਸ ਤੋਂ ਬਾਅਦ ਇਹ ਮਤਲਬ ਪਹਿਲਾ ਮੌਕਾ ਮੈਂ ਦੇਖ ਰਿਹਾ ਕਿ ਪੁਲਿਸ ਕੰਪਲੇਂਟ ਅਥਾਰਟੀ ਵੀ ਸਜਗ ਹੋਈ ਹੈ ਤੇ ਜਾਗਰੂਕ ਹੋ ਕੇ ਕੰਮ ਕਰ ਰਹੀ ਹੈ। तो कुछ ना कुछ सामने आना ही है और बहुत कुछ सामने आना है और जो कमी बेशी रहेगी देखो मैं तो रखना ही है जी। सीएम साहब ਦੇ ਨਾਲ ਗੱਲ ਕਰਾਂਗਾ, ਪੁਲਿਸ ਕੰਪਲੇਂਟ ਅਥਾਰਟੀ, ਜੋ ਫੋਰਮ ਹੈ ਉਹ ਹਰ ਫੋਰਮ ਨੂੰ ਮੈਂ ਯੂਟਿਲਾਈਜ਼ ਕਰਾਂਗਾ ਜੀ, ਕਿਉਂਕਿ ਦੇਖੋ ਪੰਜਾਬ ਰੰਗਲਾ ਪੰਜਾਬ, ਤਾਂ ਪੰਜਾਬ ਨੂੰ ਰੰਗਲਾ ਪੰਜਾਬ ਹੀ ਬਣਾਉਣਾ ਹੈ। ਇਹਨਾਂ ਅਫਸਰਾਂ ਕਰਕੇ ਪੰਜਾਬ ਉੜਤਾ ਪੰਜਾਬ ਬਣ ਗਿਆ ਹੈ, ਕਿਉਂਕਿ ਜਦੋਂ ਅਫਸਰ ਪੋਲੀਟੀਕਲ ਮਾਫੀਆ ਦੇ ਅੰਡਰ ਕੰਮ ਕਰਨਗੇ, ਉਹਨਾਂ ਦੇ ਕਹਿਣ 'ਤੇ ਕੰਮ ਕਰਨਗੇ, ਤਾਂ ਫਿਰ ਦੇਖੋ ਇਸ ਪੰਜਾਬ ਦਾ ਕੀ ਹਾਲ ਹੋਇਆ ਹੈ ਸਾਰਿਆਂ ਨੂੰ ਪਤਾ ਹੈ। ਅੱਜ ਤੁਸੀਂ ਪਾਸਪੋਰਟ ਦਫ਼ਤਰਾਂ ਦੇ ਸਾਹਮਣੇ ਜਾ ਕੇ ਦੇਖੋ, ਹੁਣ ਤਾਂ 4-4 ਮਹੀਨੇ ਬਾਅਦ ਦਾ ਟਾਈਮ ਮਿਲ ਰਿਹਾ ਹੈ ਜੀ। ਤੇ ਦੂਸਰੇ ਜੋ ਕਨਾਡਾ, ਆਸਟ੍ਰੇਲੀਆ, ਇੰਗਲੈਂਡ ਦਾ ਜਾ ਕੇ ਤੁਸੀਂ ਵੀਜ਼ਾ ਦਫ਼ਤਰ ਜਾ ਕੇ ਦੇਖੋ, ਉੱਥੇ ਸਾਰੇ ਧੱਕੇ ਖਾ ਰਹੇ ਨੇ ਜੀ। ਤੇ ਇਸ ਪੰਜਾਬ ਵਾਸਤੇ ਦੇਖੋ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੀ ਸ਼ਹਾਦਤ ਕੀਤੀ ਸੀ ਇਸ ਪੰਜਾਬ ਨੂੰ ਬਚਾਉਣ ਵਾਸਤੇ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਪੰਜਾਬ ਨੂੰ ਇੱਕ ਵਾਰ ਦੁਬਾਰਾ ਬਚਾ ਕੇ ਪੰਜਾਬ ਨੂੰ ਉਹੀ ਪੰਜਾਬ ਬਣਾਈਏ ਜਿਹਦੇ ਵਾਸਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਬਿਲਕੁਲ ਆਮ ਆਦਮੀ ਪਾਰਟੀ ਦਾ ਸੰਕਲਪ ਆ ਕਿ ਜਿਹੜਾ ਪੰਜਾਬ ਗੰਦਲਾ ਤੇ ਕੰਗਲਾ ਹੋ ਚੁੱਕਾ ਉਹਨੂੰ ਰੰਗਲਾ ਪੰਜਾਬ ਬਣਾਉਣਾ। ਜਿੱਥੋਂ ਤੱਕ ਆਸ਼ੀਸ਼ ਕਪੂਰ ਦਾ ਮਸਲਾ ਆ ਗਿਆ, ਚਾਹੇ ਐਕਸਟੋਰਸ਼ਨ, ਚਾਹੇ ਰੇਪ, ਚਾਹੇ ਜਾਲੀ ਪਰਚਾ ਦਰਜ ਕੀਤਾ ਗਿਆ, ਬਹੁਤ ਸਾਰੇ ਚਿਹਰੇ ਤੇ ਬੇਨਕਾਬ ਹੋ ਚੁੱਕੇ ਨੇ, ਕਈ ਚਿਹਰੇ ਹਾਲੇ ਵੀ ਹੈ ਜਿਹੜੇ ਲੁਕੇ ਪਏ, ਤੇ ਉਮੀਦ ਜਤਾਈ ਜਾ ਰਹੀ ਕਿ ਉਹ ਚਿਹਰਿਆਂ ਤੋਂ ਵੀ ਪਰਦਾ ਹਟੇਗਾ, ਕਿਉਂਕਿ ਇਸ ਸਾਜ਼ਿਸ਼ ਪਿੱਛੇ ਬਹੁਤ ਜ਼ਿਆਦਾ ਵੱਡੇ ਲੋਕ ਸੀ ਤੇ ਉਹਨਾਂ ਵੱਡੇ ਲੋਕਾਂ ਦੇ ਵੀ ਚਿਹਰੇ ਬੇਨਕਾਬ ਹੋਣੇ ਚਾਹੀਏ। ਇਸ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।